ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 220 ਤੇ ਹੇਠੋਂ 6ਵੀਂ ਪੰਕਤੀ ਹੈ। ਗੌੜੀ ਮਹੱਲਾ 9ਵਾਂ। 9ਵੇਂ ਪਾਤਸ਼ਾਹ ਦੀ ਬਾਣੀ ਹੈ। 9ਵੇਂ ਪਾਤਸ਼ਾਹ ਮਨੁੱਖ ਨੂੰ ਕਹਿੰਦੇ ਨੇ, ਨਰ ਅਚੇਤ ਪਾਪ ਤੇ ਡਰੇ। ਅਚੇਤ ਮਨੇ ਮੂਰਖ। ਹੇ ਮੂਰਖ ਇਨਸਾਨ, ਤੂੰ ਪਾਪ ਕਰਨ ਤੋਂ ਡਰ। ਮੈਂ ਦੇਖਿਆ ਕਈ ਲੋਕ ਕਹਿੰਦੇ ਲੈ ਕਿਹੜਾ ਪੁੱਛਦਾ ਜੀ, ਜਦੋਂ ਮਾੜੇ ਕੰਮ ਕਰਦੇ ਨੇ ਤੇ ਇਹ ਸੋਚ ਲੈ ਕਿਹੜਾ ਪੁੱਛਦਾ ਹੈ। ਪੁੱਛੇ ਕੋਈ ਨਾ ਪੁੱਛੇ, ਮਾੜਾ ਕਰਮ ਹੋ ਗਿਆ ਹੈ, ਉਹਦੀ ਸਜ਼ਾ ਤਾਂ ਮਿਲਣੀ ਹੀ ਮਿਲਣੀ, ਉਹ ਤਾਂ ਕੁਦਰਤ ਵੱਲੋਂ ਮਿਲਣੀ। ਜੋ ਵੀ ਅਸੀਂ ਕਰਮ ਕਰਦੇ ਹਾਂ ਚੰਗਾ ਜਾਂ ਮੰਦਾ, ਉਹਦਾ ਫਲ ਤਾਂ ਮਿਲਣਾ ਹੀ ਮਿਲਣਾ। ਅਤੇ ਪਾਪ ਕਰਮ ਕੀਤਾ, ਪਾਪ ਉਹ ਹੁੰਦਾ ਜਿਹੜਾ ਦੂਜੇ ਦਾ ਬੁਰਾ ਹੋਵੇ। ਉਹ ਕਰਮ ਜਿਸ ਨਾਲ ਦੂਜੇ ਦਾ ਬੁਰਾ ਹੋਵੇ ਉਹਨੂੰ ਪਾਪ ਕਰਮ ਕਰਨੇ। ਜਿਸ ਦੇ ਨਾਲ ਦੂਜੇ ਦਾ ਭਲਾ ਹੋਵੇ ਉਹਨੂੰ ਪੁੰਨ ਕਰਮ ਕਰਨੇ। ਸੋ ਜਦੋਂ ਬੰਦਾ ਕਿਸੇ ਦੂਜੇ ਦਾ ਨੁਕਸਾਨ ਕਰਦਾ ਹੈ ਤਾਂ ਇੱਕ ਸਮਾਂ ਆਉਂਦਾ ਉਹਦਾ ਆਪਣਾ ਨੁਕਸਾਨ ਹੋ ਜਾਂਦਾ ਹੈ। ਫਿਰ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਨੇ ਇਸ ਤਰ੍ਹਾਂ ਕਿਉਂ ਹੋਇਆ ਹੈ। ਉਹ ਸਭ ਆਪਣੇ ਕਰਮਾਂ ਕਾਰਨ ਹੈ। ਗੁਰਬਾਣੀ ਕਹਿੰਦੇ, ਦੱਦੈ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨ। ਇਸ ਲਈ ਜੋ ਮੈਂ ਕੀਤਾ ਕਦੋਂ ਮੈਂ ਪਾਲਿਆ। ਤਾਂ ਮੈਂ ਸਮਝਾਇਆ, ਨਰ ਅਚੇਤ ਹੈ ਮੂਰਖ ਇਨਸਾਨ, ਪਾਪ ਤੇ ਡਰੇ। ਪਾਪ ਕਰ ਤੋਂ ਡਰੋ। ਦੀਨ ਦਿਆਲ ਸਗਲ ਪੈ ਭੰਜਨ, ਸ਼ਰ ਤਾਹੇ ਤੁਮ ਪਰ। ਪਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ। ਦੀਨ ਜਿਹੜੇ ਬਹੁਤ ਨਿਮਾਣੇ ਨਿਤਾਣੇ ਲੋਕ ਹੁੰਦੇ, ਪਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ ਹੈ। ਸਗਲ ਭੈ ਭੰਜਨ। ਭੈ ਹੁੰਦਾ ਡਰ, ਸਗਲ ਮੈਨੇ ਸਾਰੇ, ਭੰਜਨ ਹੁੰਦਾ ਨਾਸ਼ ਕਰਨਾ, ਜਿਹੜਾ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਹੈ। ਸ਼ਰਨ ਤਾਹੇ ਤੁਮ ਪਰ। ਹੇ ਇਨਸਾਨ, ਤੂੰ ਉਹਦੀ ਸ਼ਰਨ 'ਚ ਆ ਜਾ। ਤਾਹੇ ਮੈਨੇ ਉਸ ਦੀ, ਤੂੰ ਉਸ ਪਰਮਾਤਮਾ ਦੀ ਸ਼ਰਨ 'ਚ ਆ ਜਾ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ ਹੈ ਅਤੇ ਜਿਹੜਾ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲਾ ਹੈ। ਉਹਦੀ ਸ਼ਰਨ 'ਚ ਆ ਕਰ ਉਹਦਾ ਨਾਮ ਜਪਣਾ, ਉਸ ਤੋਂ ਡਰ ਕੇ ਰਹਿਣਾ, ਉਹਦਾ ਓਟ ਆਸਰਾ ਲੈਣਾ, ਇਹੀ ਉਹਦੀ ਸ਼ਰਨ। ਰਹਾਉ। ਵੇਦ ਪ੍ਰਾਣ ਜਾਸ ਗੁਣ ਗਾਵਤ, ਤਾ ਕੋ ਨਾਮ ਹੀਐ ਮੋਹ ਧਾਰੇ। ਵੇਦ ਪ੍ਰਾਣ ਜਾਸ ਮੈਨੇ ਜਿਸ ਦੇ, ਵੇਦ ਅਤੇ ਪ੍ਰਾਣ ਜਿਸ ਦੇ ਗੁਣ ਗਾਉਂਦੇ ਹਨ। ਤਾ ਕੋ ਨਾਮ, ਉਸ ਦਾ ਨਾਮ, ਤਾ ਕੋ ਉਸ ਦਾ ਨਾਮ, ਹੀਐ ਮੈਂ ਮੋਹ ਧਾਰੇ। ਉਹਦਾ ਨਾਮ ਹਿਰਦੇ 'ਚ ਵਸਾ। ਹੀਐ ਮੈਨੇ ਹਿਰਦਾ। ਉਹਦੇ ਨਾਮ ਨੂੰ ਮਨ 'ਚ ਵਸਾ, ਉਹਦੇ ਨਾਮ ਨੂੰ ਹਿਰਦੇ ਧਾਰਨ ਕਰ। ਕਿਸ ਦਾ? ਜਿਹਦਾ ਜਸ ਵੇਦ ਪ੍ਰਾਣ ਗਾਉਂਦੇ ਨੇ, ਜਿਸ ਦੀ ਵਡਿਆਈ ਵੇਦ ਪ੍ਰਾਣ ਵੀ ਕਰਦੇ ਹਨ। ਕਹਿੰਦੇ ਤੂੰ ਉਹਦੇ ਨਾਮ ਨੂੰ ਹਿਰਦੇ 'ਚ ਵਸਾ, ਭਾਵ ਉਹਦਾ ਨਾਮ ਜਪ ਤੂੰ ਵੀ। ਵੇਦ ਪ੍ਰਾਣ ਜਾਸ ਗੁਣ ਗਾਵਤ, ਤਾ ਕੋ ਨਾਮ ਹੀਐ ਮੋਹ ਧਾਰੇ। ਪਾਵਨ ਨਾਮ ਜਗਤ ਮੈਂ ਹਰਿ ਕੋ। ਹਰੀ ਦਾ ਨਾਮ ਸੰਸਾਰ 'ਚ ਪਵਿੱਤਰ ਹੈ। ਪਵਿੱਤਰ ਹੀ ਦੂਸਰੇ ਨੂੰ ਪਵਿੱਤਰ ਕਰ ਸਕਦਾ ਹੈ। ਇਹ ਖਿਆਲ ਰੱਖ। ਗੰਦਾ ਦੂਜੇ ਨੂੰ ਸਾਫ਼ ਨਹੀਂ ਕਰ ਸਕਦਾ, ਸਾਫ਼ ਹੀ ਦੂਜੇ ਨੂੰ ਸਾਫ਼ ਕਰ ਸਕਦਾ। ਸਾਬਣ ਹੈ, ਇਹ ਆਪ ਮੈਲਾ ਨਹੀਂ ਹੁੰਦਾ, ਇਸ ਲਈ ਦੂਜੇ ਕੱਪੜੇ ਦੀ ਮੈਲ ਲਾਉਂਦਾ। ਜੇ ਆਪ ਹੀ ਮੈਲਾ ਹੋ ਜਾਏ ਫਿਰ ਕੱਪੜੇ ਨੂੰ ਕਿਵੇਂ ਸਾਫ਼ ਕਰੇ। ਇਸੇ ਪਰਮਾਤਮਾ ਦਾ ਨਾਮ ਪਾਵਨ ਹੈ, ਪਵਿੱਤਰ ਹੈ। ਫਿਰ ਇਨਸਾਨ ਤੂੰ ਉਹਦਾ ਨਾਮ ਜਪ, ਤੂੰ ਵੀ ਪਵਿੱਤਰ ਹੋ ਜਾਏਗਾ। ਸਿਮਰ ਸਿਮਰ ਕਸੰਬਲ ਸਭ ਹਰ ਰੇ। ਕਸੰਬਲ ਸੱਸੇ 'ਤੇ ਟਿੱਪੀ ਲਾ ਕੇ ਪੜ੍ਹਨਾ।
ਕਸੰਬਲ ਹੁੰਦਾ ਪਾਪ, ਹਰ ਹੁੰਦਾ ਦੂਰ ਕਰ ਲੈਣਾ। ਉਹਦਾ ਸਿਮਰਨ ਕਰ ਕਰਕੇ ਤੂੰ ਆਪਣੇ ਪਾਪ ਦੂਰ ਕਰ ਲੈ, ਆਪਣੇ ਪਾਪ ਖਤਮ ਕਰ ਲੈ। ਪਾਵਨ ਨਾਮ ਜਗਤ ਮੈਂ ਹਰ ਕੋ, ਹਰੀ ਦਾ ਨਾਮ ਪਵਿੱਤਰ ਹੈ। ਉਹਦਾ ਇਹ ਪਵਿੱਤਰ ਨਾਮ ਜਪ ਜਪ ਕੇ ਤੂੰ ਆਪਣੇ ਸਾਰੇ ਪਾਪ ਖਤਮ ਕਰ ਲੈ। ਸੋ ਕਿੰਨਾ ਵੀ ਮਨੁੱਖ ਪਾਪੀ ਕਿਉਂ ਨਾ ਹੋਵੇ, ਜੋ ਨਾਮ ਜਪਣ ਲੱਗ ਜਾਏ ਹੌਲੀ ਹੌਲੀ ਦੇ ਪਾਪ ਕਰਮ ਖਤਮ ਹੋ ਜਾਂਦੇ ਹਨ। ਆਪਣੀ ਜ਼ਿੰਦਗੀ ਜਿਹੜਾ ਦੁੱਖ, ਕੋਈ ਗਰੀਬੀ, ਕੋਈ ਮੁਸੀਬਤ, ਕੋਈ ਲੰਬੀ ਬਿਮਾਰੀ ਆ ਰਹੀ ਹੈ, ਇਹ ਆਪਣੇ ਹੀ ਪਾਪ ਕਰਮਾਂ ਕਾਰਨ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਪਾਪ ਕਰਮ ਖਤਮ ਹੋ ਜਾਣਗੇ, ਦੁੱਖ ਉਨੇ ਘਟ ਜਾਣਗੇ। ਮਾਨਸ ਦੇ ਬਹੁਰ ਨਾ ਪਾਵੇ, ਜੇ ਤਾਂ ਨੰਨਾ ਹਾਹਿਨ ਸਿਹਾਰੀ ਹੋਵੇ ਫਿਰ ਤਾਂ ਹਿੰਦੀ ਦਾ ਸ਼ਬਦ ਹੁੰਦਾ, ਤੇ ਉਹਦਾ ਉਚਾਰਨ ਦਾ ਨਹਿ। ਜੇ ਨੰਨਾ ਹਾਹਾ ਹੋਵੇ ਫਿਰ ਫਾਰਸੀ ਦਾ ਸ਼ਬਦ ਹੁੰਦਾ, ਉਚਾਰਨ ਹੈ ਨਾ। ਅਰਥ ਦੋਨਾਂ ਦਾ ਇੱਕੋ ਹੈ। ਨੰਨਾ ਹਾਹੇ ਨੂੰ ਸਿਆਰੀ ਨਹਿ, ਉਹਦਾ ਅਰਥ ਵੀ ਨਾ ਹੈ। ਨੰਨਾ ਹਾਹਾ ਨਾ, ਦੋਨਾਂ ਦਾ ਅਰਥ ਤੇ ਨਾ ਹੈ, ਪਰ ਉਚਾਰਨ 'ਚ ਫਰਕ ਹੈ। ਨੰਨਾ ਹਾਹੇ ਨੂੰ ਸਿਆਰੀ ਜਿਹੜਾ ਹੈ ਉਹ ਹਿੰਦੀ ਦਾ ਸ਼ਬਦ ਹੈ, ਅਤੇ ਉਹਦਾ ਉਚਾਰਨ ਹੈ ਨਹਿ। ਨੰਨਾ ਹਾਹਾ ਫਾਰਸੀ ਦਾ ਸ਼ਬਦ ਹੈ। ਜੇ ਅਖੀਰ 'ਤੇ ਹਾਹਾ ਹੋਵੇ ਅਤੇ ਉਦੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਫਾਰਸੀ 'ਚ ਮੁਕਤੇ ਅੱਖਰ ਨੂੰ ਕੰਨਾਂ ਲਾ ਕੇ ਬੋਲਿਆ ਜਾਂਦਾ ਹੈ ਨਾ। ਮਾਨਸ ਦੇ ਬਹੁਰ ਨਾ ਪਾਵੇ, ਕਛੂ ਅਪਾਉ ਮੁਕਤ ਕਾ ਕਰ। ਹੇਰ ਸਨ ਤੇਰੇ ਮਨੁੱਖਾ ਦੇਹੀ ਦੁਬਾਰਾ ਨਹੀਂ ਮਿਲਣੀ। ਮਾਨਸ ਦੇ, ਇਹ ਮਨੁੱਖਾ ਦੇਹੀ ਬਹੁਰ ਨਾ ਪਾਵੇ, ਇਹ ਦੁਬਾਰਾ ਤੈਨੂੰ ਨਹੀਂ ਮਿਲ ਪਾਵੇਂ। ਮਾਨਸ ਦੇ ਬਹੁਰ ਨਾ ਪਾਵੇਂ, ਇਹ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਮਿਲਣੀ। ਕਛੂ ਉਪਾਅ ਮੁਕਤ ਕਾ ਕਰ, ਮੁਕਤ ਹੋਣ ਲਈ ਕੋਈ ਕਦੇ ਉਪਾਅ ਕਰ, ਕੋਈ ਯਤਨ ਕਰ, ਤੂੰ ਮੁਕਤ ਹੋ ਜਾਏ, ਦੁਬਾਰਾ ਨਹੀਂ ਮਿਲਣੀ। ਫਿਰ ਪਤਾ ਨਹੀਂ ਕਿੰਨੇ ਸਮੇਂ ਬਾਅਦ ਦੁਬਾਰਾ ਮਿਲੇ। ਇਸ ਲਈ ਹੁਣ ਮਿਲੀ ਹੋਈ ਹੈ। ਹੁਣ ਨਾਮ ਜਪ ਜਪ ਕੇ ਕਦੇ ਮੁਕਤ ਹੋ ਜਾਓ, ਬਸ ਆਹੀ ਉਪਾਅ ਹੈ। ਇਹੀ ਉਪਾਅ ਕਿ ਪਰਮਾਤਮਾ ਦਾ ਨਾਮ ਜਪੋ। ਇਹ ਮਨੁੱਖਾ ਦੇਹੀ ਦੁਬਾਰਾ ਨਹੀਂ ਮਿਲਣੀ, ਇਸ ਲਈ ਮੁਕਤੀ ਦਾ ਕੋਈ ਉਪਾਅ ਕਰੋ, ਕੋਈ ਯਤਨ ਕਰੋ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ। ਗੁਰੂ ਮਹਾਰਾਜ ਕਹਿੰਦੇ ਕਰੁਣਾ ਮੈਂ, ਦਿਆਲੂ ਪਰਮਾਤਮਾ, ਤੂੰ ਦਿਆਲੂ ਪਰਮਾਤਮਾ ਦੇ ਗੁਣ ਗਾ। ਫਿਰ ਕੀ ਹੋਏਗਾ? ਭਵ ਸਾਗਰ ਕੈ ਪਾਰ ਉਤਰ, ਤੂੰ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ। ਇਹ ਬੁਰਾਈਆਂ ਰੂਪੀ ਸੰਸਾਰ ਸਮੁੰਦਰ ਤੋਂ ਤੂੰ ਪਾਰ ਹੋ ਜਾਏਗਾ। ਪਰਮਾਤਮਾ ਦੇ ਗੁਣ ਗਾ ਕਹਿੰਦੇ। ਹੁਣ ਆਪਾਂ ਗਾਵਾਂਗੇ। ਨਰ ਅਚੇਤ ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ। ਦੀਨ ਦਿਆਲ ਸਗਲ ਪੈ ਪੰਜਨ, ਦੀਨ ਦਿਆਲ ਸਗਲ ਪੈ ਪੰਜਨ, ਦੀਨ ਦਿਆਲ ਸਗਲ ਪੈ ਪੰਜਨ, ਦੀਨ ਦਿਆਲ ਸਗਲ ਪੈ ਪੰਜਨ। ਸ਼ਰਨ ਤਹੇ ਤੁਮ ਪਰ ਰੇ, ਸ਼ਰਨ ਤਹੇ ਤੁਮ ਪਰ ਰੇ, ਤਹੇ ਤੁਮ ਪਰ ਰੇ, ਸ਼ਰਨ ਤਹੇ ਤੁਮ ਪਰ ਰੇ। ਵੇਦ ਪੁਰਾਨ ਜਾਸ ਗੁਣ ਗਾਵਤ, ਵੇਦ ਪੁਰਾਨ
ਪੁਰਾਨ ਜਾਸ ਗੁਣ ਗਾਵਤ। ਤਾਕੋ ਨਾਮ ਹੀਐ ਮੋਹ ਧਰ ਰੇ, ਤਾਕੋ ਰਾਮ ਹੀਐ ਮੋਹ ਧਰ ਰੇ। ਤਾਕੋ ਨਾਮ ਹੀਐ ਮੋਹ ਧਰ ਰੇ, ਤਾਕੋ ਨਾਮ ਹੀਐ ਮੋਹ ਧਰ ਰੇ। ਪਾਵਨ ਨਾਮ ਜਗਤ ਮੈਂ ਹਰ ਕੋ, ਪਾਵਨ ਨਾਮ ਜਗਤ ਮੈਂ ਹਰ ਕੋ। ਪਾਵਨ ਨਾਮ ਜਗਤ ਮੈਂ ਹਰ ਕੋ, ਪਾਵਨ ਨਾਮ ਜਗਤ ਮੈਂ ਹਰ ਕੋ। ਸਿਮਰ ਸਿਮਰ ਕਸਮਲ ਸਭ ਹਰ ਰੇ, ਸਿਮਰ ਸਿਮਰ ਕਸਮਲ ਸਭ ਹਰ ਰੇ। ਸਿਮਰ ਕਸਮਲ ਸਭ ਹਰ ਰੇ, ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇ ਬਹਰ ਨਾ ਪਾਵੇਂ, ਮਾਨਸ ਦੇ ਬਹਰ ਨਾ ਪਾਵੇਂ। ਮਾਨਸ ਦੇ ਬਹਰ ਨਾ ਪਾਵੇਂ, ਮਾਨਸ ਦੇ ਬਹਰ ਨਾ ਪਾਵੇਂ। ਕਛੂ ਪਾਉ ਮੁਕਤ ਕਾ ਕਰ ਰੇ, ਕਛੂ ਪਾਉ ਮੁਕਤ ਕਾ ਕਰ ਰੇ। ਕਛੂ ਪਾਉ ਮੁਕਤ ਕਾ ਕਰ ਰੇ, ਕਛੂ ਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰੁਣਾ ਮੈਂ, ਨਾਨਕ ਕਹਿਤ ਗਾਏ ਕਰੁਣਾ ਮੈਂ। ਨਾਨਕ ਕਹਿਤ ਗਾਏ ਕਰੁਣਾ ਮੈਂ, ਨਾਨਕ ਕਹਿਤ ਗਾਏ ਕਰੁਣਾ ਮੈਂ। ਭਵ ਸਾਗਰ ਕੈ ਪਾਰ ਉਤਰ ਰੇ, ਭਵ ਸਾਗਰ ਕੈ ਪਾਰ ਉਤਰ ਰੇ। ਭਵ ਸਾਗਰ ਕੈ ਪਾਰ ਉਤਰ ਰੇ, ਭਵ ਸਾਗਰ ਕੈ ਪਾਰ ਉਤਰ ਰੇ। ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ। ਇੱਕ ਗੁਰੂ ਪਿਆਰਾ ਮੈਨੂੰ ਪੁੱਛਦਾ ਕਿ ਕੀ ਇਕੱਲਾ ਸਿਮਰਨ ਹੀ ਕਰਨਾ, ਬਾਣੀ ਦੀ ਲੋੜ ਨਹੀਂ। ਮੈਂ ਨਹੀਂ, ਬਾਣੀ ਤੋਂ ਤਾਂ ਪ੍ਰੇਰਨਾ ਮਿਲਦੀ ਹੈ, ਬਾਣੀ ਤੋਂ ਤਾਂ ਗਿਆਨ ਹੁੰਦਾ ਹੈ। ਆਪਾਂ ਬਾਣੀ ਪੜ੍ਹੀ ਤਾਂ ਹੀ ਪਰ ਗਿਆਨ ਹੋਇਆ ਨਾ। ਬਾਣੀ ਪੜ੍ਹਨਾ ਤਾਂ ਜ਼ਰੂਰੀ ਹੈ ਤਾਂ ਜੋ ਸਾਨੂੰ ਗਿਆਨ ਹੁੰਦਾ ਰਹੇ, ਸਾਨੂੰ ਰੋਜ਼ ਪ੍ਰੇਰਨਾ ਮਿਲਦੀ ਰਹੇ। ਕਿਉਂਕਿ ਤਰੱਕੀ ਪ੍ਰੇਰਨਾ ਤੋਂ ਬਿਨਾਂ ਨਹੀਂ ਹੁੰਦੀ। ਕਿਸੇ ਬੱਚੇ ਨੇ ਚੰਗਾ ਕੰਮ ਕੀਤਾ, ਉਹਨੂੰ ਸ਼ਾਬਾਸ਼ ਦੇਣਾ, ਉਹਨੂੰ ਗੁੱਡ ਦੇਣਾ, ਐਕਸੀਲੈਂਟ ਦੇਣਾ, ਵੈਰੀ ਗੁੱਡ ਦੇਣਾ, ਉਹਨੂੰ ਇੱਕ ਕਿਸਮ ਦੀ ਪ੍ਰੇਰਨਾ ਕਰਨਾ ਵੀ ਸ਼ਾਬਾਸ਼ ਵੀ ਤੂੰ ਬਹੁਤ ਸੋਹਣਾ ਲਿਖਿਆ, ਬਹੁਤ ਵਧੀਆ ਕੀਤਾ। ਬਾਣੀ ਸਾਨੂੰ ਰੋਜ਼ ਪ੍ਰੇਰਨਾ ਦਿੰਦੀ ਹੈ ਵੀ ਜੇ ਤੁਸੀਂ ਨਾਮ ਜਪੋਗੇ, ਬਾਣੀ ਪੜ੍ਹੋਗੇ, ਤੁਹਾਨੂੰ ਕੀ ਲਾਭ ਹੋਏਗਾ। ਵਿੱਚ ਲਾਭ ਦੱਸੇ ਹੁੰਦੇ ਨੇ। ਰਾਗ ਗੌੜੀ ਅਸ਼ਟਪਦੀਆਂ ਮਹਿਲਾ ਪਹਿਲਾ ਗੌੜੀ ਗੁਆਰੇਰੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਏਕ ਓੰਕਾਰ ਪਰਮਾਤਮਾ, ਸਤਿਨਾਮ ਪਰਮਾਤਮਾ ਦਾ ਨਾਮ ਸਤ ਹੈ। ਸਤ ਹੁੰਦਾ ਜਿਹੜਾ ਸਦਾ ਰਹੇ। ਸਤ ਦਾ ਵਿਰੋਧੀ ਸ਼ਬਦ ਹੈ ਕੂੜ, ਜਿਹੜਾ ਬਿਨਸ ਜਾਵੇ। ਪਰਮਾਤਮਾ ਸਤ ਹੈ, ਇਸ ਲਈ ਉਹਦਾ ਨਾਮ ਸਤ ਹੈ। ਬਾਕੀ ਜੋ ਵੀ ਪਰਮਾਤਮਾ ਨੇ ਪੈਦਾ ਕੀਤਾ ਹਰ ਇੱਕ ਦੀ ਉਮਰ ਹੈ। ਪਰਮਾਤਮਾ ਨੇ ਜੋ ਵੀ ਪੈਦਾ ਕੀਤਾ ਉਸ ਦੀ ਇੱਕ ਉਮਰ ਹੈ, ਉਸ ਉਮਰ ਤੋਂ ਬਾਅਦ ਉਸਨੇ ਖਤਮ ਹੋ ਜਾਣਾ। ਸਦਾ ਰਹਿਣਾ ਅਤੇ ਪਰਮਾਤਮਾ ਨੇ ਰਹਿਣਾ, ਇਸ ਲਈ ਉਹਦਾ ਨਾਮ ਹੈ ਸਤ। ਕਰਤਾ, ਉਹ ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਹੈ। ਪੁਰਖ, ਪਰਮਾਤਮਾ ਨੇ ਜੋ ਵੀ ਬਣਾਇਆ ਹੈ ਜਾਂ ਜੋ ਵੀ ਬਣਾਉਂਦਾ ਹੈ ਉਹਦੇ ਵਿੱਚ ਹੁੰਦਾ। ਪਰਮਾਤਮਾ ਆਪਣੀ ਰਚਨਾ ਤੋਂ ਅਲੱਗ ਨਹੀਂ ਹੈ, ਉਹਨੇ ਜੋ ਬਣਾਇਆ ਉਹਦੇ ਵਿੱਚ ਹੈ।
ਗੁਰ ਪ੍ਰਸਾਦ, ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਨਿੱਧ ਸਿੱਧ ਨਿਰਮਲ ਨਾਮ ਵਿਚਾਰ, ਪੂਰਨ ਪੂਰਿਹਾ ਬਿਖਮਾਰ। ਨਿੱਧ ਸਿੱਧ 9 ਨਿਧੀਆਂ ਹੁੰਦੀਆਂ, 18 ਸਿੱਧੀਆਂ ਹੁੰਦੀਆਂ। ਨਿਧੀ ਦਾ ਸੰਬੰਧ ਧਨ ਦੌਲਤ ਨਾਲ ਹੈ। ਸੰਸਾਰ ਦੇ 9 ਖਜ਼ਾਨੇ ਗਿਣੇ ਗਏ ਨੇ ਧਨ ਦੌਲਤ ਦੇ। ਪਰਮਾਤਮਾ ਦਾ ਨਾਮ ਜਪਣ ਨਾਲ ਉਹ 9 ਦੇ 9 ਖਜ਼ਾਨੇ ਮਿਲ ਜਾਂਦੇ ਹਨ। ਇਹ ਬੰਦਾ ਗਰੀਬ ਨਹੀਂ ਰਹਿੰਦਾ। ਲੋਕ ਗਰੀਬ ਇਸ ਲਈ ਨੇ ਕਿ ਨਾਮ ਨਹੀਂ ਜਪਦੇ ਹੈਗੇ। ਜੇ ਨਾਮ ਜਪਣ, ਉਹਦਾ ਇੱਕ ਤਾਂ ਇਹ ਫਾਇਦਾ ਹੋਏਗਾ ਕਿ ਇਹਨਾਂ ਦੀ ਸੋਚ ਉੱਚੀ ਹੋਵੇਗੀ। ਜਦੋਂ ਸੋਚ ਉੱਚੀ ਹੋਏਗੀ, ਮਨੁੱਖ ਸਾਰੇ ਮਾੜੇ ਕੰਮ ਛੱਡਦਾ ਜਾਏਗਾ। ਸਾਰੇ ਮਾੜੇ ਕੰਮ ਛੱਡਦਾ ਜਾਏਗਾ। ਨਸ਼ੇ ਨੇ ਛੱਡਦਾ ਜਾਏਗਾ, ਸ਼ਰਾਬਾਂ ਪੀਂਦੇ ਨੇ ਛੱਡ ਜਾਏਗਾ, ਕਿਉਂਕਿ ਸੋਚ ਉੱਚੀ ਹੋ ਗਈ। ਨਸ਼ੇ ਕਰਨਾ, ਸ਼ਰਾਬਾਂ ਪੀਣਾ, ਜੂਏ ਖੇਡਣਾ, ਬਦਮਾਸ਼ੀਆਂ ਕਰਨਾ, ਇਹ ਨੀਵੀਂ ਸੋਚ ਦੀ ਨਿਸ਼ਾਨੀ ਹੈ। ਜਦੋਂ ਸੋਚ ਉੱਚੀ ਹੋ ਜਾਂਦੀ ਹੈ, ਫਿਰ ਮਨੁੱਖ ਇਹ ਕੰਮ ਨਹੀਂ ਕਰਦਾ। ਜਦੋਂ ਨੀਵੀਂ ਸੋਚ ਹੈ ਤਾਂ ਕਹਿੰਦਾ ਇਹ ਜੇ ਮੁਰਗੇ ਨੇ, ਇਹ ਜਿਹੜੇ ਤਿੱਤਰ ਬਟੇਰੇ ਨੇ, ਇਹਨਾਂ ਨੂੰ ਹਲੀ ਜਾਣਾ ਵੀ ਖਾਣ ਲਈ ਨਾ। ਉਦੋਂ ਇਹਦੀ ਸੋਚ ਇਹ ਵੀ ਤੇ ਖਾਣ ਲਈ ਨੇ। ਕਹਿਣਗੇ ਹੋਰ ਮੁਰਗਿਆਂ ਨੂੰ ਹਲੀ ਜਾਣਾ। ਉਹਨੂੰ ਪੁੱਛੇ ਵੀ ਤੈਨੂੰ ਹਲੀ ਜਾਣਾ। ਹਰ ਇੱਕ ਜੀਵ ਮੈਂ ਦੇਖਿਆ, ਕੀੜਾ ਵੀ ਹੈ, ਮੱਖੀ ਵੀ ਹੈ, ਆਪਣੀ ਜਾਨ ਸਾਰਿਆਂ ਨੂੰ ਪਿਆਰੀ ਹੈ। ਆਪਣੀ ਜਾਨ ਸਾਰਿਆਂ ਨੂੰ ਪਿਆਰੀ ਹੈ। ਉਹ ਜਿਸ ਵੀ ਜੂਨੀ 'ਚ ਹੈ, ਉਸੇ ਜੂਨੀ 'ਚ ਖੁਸ਼ ਹੈ। ਸੂਰ ਗੰਦ ਮੰਦ ਵਿੱਚ ਖੁਸ਼ ਹੈ। ਸਾਨੂੰ ਲੱਗਦਾ ਇਹ ਗੰਦ ਖਾ ਰਿਹਾ ਹੈ, ਉਹਦਾ ਭੋਜਨ ਹੈ ਉਹ ਗੰਦ 'ਚ। ਸੂਰ ਨੂੰ ਆਪਣਾ ਜੀਵਨ ਚੰਗਾ ਲੱਗਦਾ ਹੈ, ਸਾਨੂੰ ਆਪਣਾ ਜੀਵਨ ਚੰਗਾ ਲੱਗਦਾ ਹੈ। ਹਰ ਜੂਨੀ ਨੂੰ ਆਪਣਾ ਜੀਵਨ ਚੰਗਾ ਲੱਗਦਾ। ਸਾਡੇ ਦੇਖਣ 'ਚ ਕੋਈ ਜੂਨੀ ਚੰਗੀ ਹੈ, ਕੋਈ ਮੰਦੀ ਹੈ, ਪਰ ਉਹਨਾਂ ਨੂੰ ਆਪਣੀ ਜੂਨੀ ਚੰਗੀ ਲੱਗਦੀ ਹੈ। ਤਾਂ ਜਦੋਂ ਸਾਡੀ ਸੋਚ ਉੱਚੀ ਹੋ ਜਾਏਗੀ ਭਜਨ ਬੰਦਗੀ ਕਰ ਕਰਕੇ, ਫਿਰ ਅਸੀਂ ਕਹਾਂਗੇ ਵੀ ਆਪਣੀ ਜੀਭ ਦੇ ਸਵਾਦ ਲਈ ਜੀਵਾਂ ਨੂੰ ਮਾਰਨਾ ਨਹੀਂ ਚਾਹੀਦਾ। ਜਿਵੇਂ ਸਾਡੇ 'ਚ ਜਾਨ ਹੈ, ਉਹਨਾਂ 'ਚ ਜਾਨ ਹੈ, ਉਹਨਾਂ 'ਚ ਜਾਨ। ਗੁਰੂ ਮਹਾਰਾਜ ਕਿਸੇ ਮੁਸਲਮਾਨ ਨੂੰ ਪੁੱਛਦੇ ਵੀ ਨਹੀਂ। ਜੇ ਤੂੰ ਕਹਿੰਦਾ ਵੀ ਅੱਲਾ ਸਭ ਵਿੱਚ ਹੈ, ਫਿਰ ਮੁਰਗੀ ਨੂੰ ਕਿਉਂ ਮਾਰੇ? ਕੀ ਇਹ 'ਚ ਅੱਲਾ ਨਹੀਂ ਹੈ? ਕੀ ਇਹ 'ਚ ਅੱਲਾ ਨਹੀਂ ਹੈ? ਜੇ ਤੂੰ ਕਹਿੰਦਾ ਸਾਰੇ 'ਚ ਅੱਲਾ ਹੈ, ਫਿਰ ਮੁਰਗੀ 'ਚ ਵੀ ਅੱਲਾ ਹੈ, ਫਿਰ ਇਹਨੂੰ ਕਿਉਂ ਮਾਰੇ? ਫਿਰ ਬੰਦੇ ਦਾ ਜੀਅ ਹੀ ਨਹੀਂ ਕਰਦਾ, ਕਿਉਂਕਿ ਸੋਚ ਉੱਚੀ ਹੋ ਗਈ ਹੈ। ਉਹਦਾ ਜੀਅ ਹੀ ਨਹੀਂ ਕਰਦਾ ਕੋਈ ਜੀਵਾਂ ਨੂੰ ਮਾਰ ਮਾਰ ਕੇ ਖਾਵੇ। ਉਹ ਕਹਿੰਦਾ ਖਾਣ ਪੀਣ ਨੂੰ ਹੋਰ ਬਹੁਤ ਕੁਛ ਹੈ। 36 ਪ੍ਰਕਾਰ ਦਾ ਭੋਜਨ ਹੈ। ਚਲੋ ਜੇ ਇੱਕ ਅੱਧੇ ਪ੍ਰਕਾਰ ਦਾ ਆਪਾਂ ਨਾ ਵੀ ਖਾਵਾਂਗੇ ਤਾਂ ਵੀ ਕੀ ਹੈ, ਬੜੇ ਬੜੇ ਪ੍ਰਕਾਰ ਦਾ ਭੋਜਨ। ਉਹ ਸੋਚ ਉੱਚੀ ਹੋ ਜਾਂਦੀ, ਫਿਰ ਜੀਅ ਨਹੀਂ ਕਰਦਾ, ਹੋਰ ਕੋਈ ਗੱਲ ਨਹੀਂ। ਪਾਪ ਪੁੰਨ ਦੇ ਚੱਕਰ 'ਚ ਨਹੀਂ ਪੈਣਾ। ਸੋਚ ਹੀ ਜਦੋਂ ਉੱਚੀ ਹੋ ਜਾਂਦੀ ਹੈ, ਉਹਦਾ ਜੀਅ ਹੀ ਨਹੀਂ ਕਰਦਾ ਕੋਈ ਜੀਵਾਂ ਨੂੰ ਮਾਰ ਮਾਰ ਕੇ ਖਾਵੇ। ਜਿੰਨਾ ਚਿਰ ਸੋਚ ਨੀਵੀਂ ਹੈ, ਉਹ ਕਹੂਗਾ ਇਹ ਜਿਹੜਾ ਹੈ ਬੱਕਰੇ ਨੇ, ਇਹਨਾਂ ਨੂੰ ਹਲੀ ਜਾਣਾ, ਇਹ ਮੁਰਗੇ ਨੇ, ਇਹਨਾਂ ਨੂੰ ਹਲੀ ਜਾਣਾ ਹੈ, ਇਹ ਖਾਣ ਲਈ ਨੇ, ਇਹ ਕਦੇ ਖਾਣ ਲਈ ਨਹੀਂ। ਗੱਲ ਹਲੀ ਜਾਣ ਦੀ ਨਹੀਂ ਹੈਗੀ, ਗੱਲ ਤਾਂ ਆਪਣੀ ਸੋਚ ਦੀ ਹੈ। ਕਬੀਰ ਸਾਹਿਬ ਗੰਗਾ ਦੇ ਕਿਨਾਰੇ ਬੈਠੇ, ਉੱਥੇ ਮੱਛੀਆਂ ਫੜ ਰਹੇ ਨੇ। ਉਹ ਕਹਿੰਦੇ ਕਬੀਰ ਸਾਹਿਬ ਤੁਸੀਂ ਮੱਛੀ ਨਹੀਂ ਖਾਂਦੇ? ਕਹਿੰਦੇ ਮੈਨੂੰ ਤਾਂ ਗਿਆਨ ਹੈ, ਮੈਂ ਤਾਂ ਨਹੀਂ ਖਾਂਦਾ। ਕਹਿੰਦੇ ਕੀ ਗਿਆਨ ਹੈ? ਕਹਿੰਦੇ ਮੈਂ ਜਿੰਨੇ ਵਾਰ ਮੱਛੀ ਖਾਵਾਂਗਾ, ਮੈਨੂੰ ਓਨੇ ਜਨਮ ਮੱਛੀ ਦੇ ਲੈਣੇ ਪੈਣਗੇ। ਜਿਵੇਂ ਮੈਂ ਤਲ ਤਲ ਕੇ ਖਾਵਾਂਗਾ, ਇਸ ਤਰ੍ਹਾਂ ਮੈਨੂੰ ਵੀ ਤਲ ਤਲ ਕੇ ਖਾਧਾ ਜਾਏਗਾ। ਕਹਿੰਦੇ ਮੈਨੂੰ ਗਿਆਨ ਹੈ, ਇਸ ਲਈ ਮੈਂ ਨਹੀਂ ਖਾਂਦਾ, ਇਸ ਲਈ ਮੈਂ ਨਹੀਂ ਖਾਂਦਾ। ਜਿੰਨੀ ਵਾਰ ਮੈਂ ਮੱਛੀ ਖਾਵਾਂਗਾ, ਓਨੇ ਜਨਮ ਮੈਨੂੰ ਮੱਛੀ ਦੇ ਲੈਣੇ ਪੈਣਗੇ।
ਇਹ ਖੜੇ ਨਹੀਂ ਛੁੱਟਣਾ ਜਨਮਾਂ ਤੋਂ। ਇਸ ਲਈ ਕਹਿੰਦੇ ਮੈਂ ਤਾਂ ਨਹੀਂ ਖਾਂਦਾ। ਇਸ ਤਰ੍ਹਾਂ ਜਾ ਰਹੇ ਨੇ ਮਹਾਤਮਾ ਬੁੱਧ। ਕੋਈ ਗੱਲ ਚੱਲ ਪਈ, ਚੇਲੇ ਕਹਿੰਦੇ ਨੇ ਵੀ ਤੁਸੀਂ ਜਿਹੜਾ ਮਾਸ ਨਹੀਂ ਖਾਂਦੇ, ਕਹਿੰਦੇ ਮੈਨੂੰ ਗਿਆਨ ਹੈ। ਕਹਿੰਦੇ ਸਾਨੂੰ ਵੀ ਦੱਸ ਦਿਓ ਜੀ। ਕਹਿੰਦੇ ਅੱਜ ਤੋਂ ਕਈ ਜਨਮ ਪਹਿਲਾਂ ਵੀ ਮੈਂ ਰਾਜਕੁਮਾਰ ਸੀ, ਮੇਰਾ ਹੋਇਆ ਵਿਆਹ, ਮੈਂ ਆਪਣੀ ਘਰ ਲੈਣ ਗਿਆ, ਉਹਨਾਂ ਨੇ ਮੈਨੂੰ ਬੱਕਰੇ ਦਾ ਮੀਟ ਖਵਾਤਾ। ਇੰਨੇ ਜਨਮ ਹੋ ਗਏ ਮੈਨੂੰ ਬੱਕਰੇ ਦਾ ਜਨਮ ਲੈਂਦਿਆਂ ਹੋਇਆ, ਹੁਣ ਜਾ ਕੇ ਉਹ ਕਰਮ ਸਮਾਪਤ ਹੈ, ਤਾਂ ਮੈਂ ਮੁੜ ਕੇ ਰਾਜਕੁਮਾਰ ਹੋ ਗਿਆ। ਇਸ ਲਈ ਮੈਨੂੰ ਗਿਆਨ ਹੈ, ਮੈਂ ਤਾਂ ਨਹੀਂ ਖਾਂਦਾ। ਸੋ ਜਦੋਂ ਗਿਆਨ ਹੋ ਜਾਏ ਫਿਰ ਉਸ ਗਿਆਨ ਦੇ ਵਿਰੁੱਧ ਕਰਮ ਕਰਨਾ ਬੜਾ ਔਖਾ ਹੋ ਜਾਂਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਪਰਮਾਤਮਾ ਨਿਰਮਲ ਨਾਮ ਵਿੱਚ ਹੀ ਰਿਧੀਆਂ ਸਿੱਧੀਆਂ ਨੇ। ਨਿਧੀਆਂ ਨੇ ਧਨ ਦੌਲਤ ਹੈ, ਸਿੱਧੀਆਂ ਨੇ ਕਰਾਮਾਤੀ ਸ਼ਕਤੀ ਹੈ। ਨਾਮ ਨਾਲ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਜੋ ਤੁਸੀਂ ਬੋਲੋਗੇ ਸੱਚ ਹੋ ਜਾਏਗਾ। ਕਿਸੇ ਦੇ ਮਨ ਵਿੱਚ ਕੀ ਹੈ ਉਹ ਤੁਹਾਨੂੰ ਪਤਾ ਲੱਗ ਜਾਏਗਾ, ਤੁਹਾਡੀ ਅੰਤਰਯਾਮਤਾ ਹੋ ਜਾਏਗੀ। ਇਹਨੂੰ ਕਹਿੰਦੇ ਨੇ ਸਿੱਧੀ। ਧਨ ਦੌਲਤ ਨੂੰ ਕਹਿੰਦੇ ਨੇ ਨਿੱਧ। ਨਾਮ ਜਪਣ ਨਾਲ ਵਿਚਾਰ ਭਾਵ ਨਾਮ ਜਪਣ ਦੇ ਨਾਲ ਮਨੁੱਖ ਨੂੰ ਨਿੱਧ ਸਿੱਧ ਪ੍ਰਾਪਤ ਹੋ ਜਾਂਦਾ, ਇਹਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਇੱਕ ਤਾਂ ਇਹ ਪੂਰਨ ਪੂਰ ਰਿਹਾ ਬਿਖ ਮਾਰ। ਅੰਦਰ ਜਿਹੜੀ ਮਾਇਆ ਦੀ ਜ਼ਹਿਰ ਹੈ, ਬਿਖ ਜ਼ਹਿਰ ਕਾਹਦੀ? ਮਾਇਆ ਦੀ। ਮਾਇਆ ਦੀ ਜ਼ਹਿਰ ਇਸ ਨਾਮ ਨਾਲ ਮਰ ਜਾਂਦੀ ਹੈ ਅਤੇ ਫਿਰ ਪੂਰਨ ਪੂਰ ਰਿਹਾ। ਫਿਰ ਪਰਮਾਤਮਾ ਸਭ ਥਾਂ 'ਤੇ ਵਸਦਾ ਹੋਇਆ ਦਿਖਾਈ ਦਿੰਦਾ। ਮਾਇਆ ਦੀ ਜ਼ਹਿਰ ਹੀ ਪਰਮਾਤਮਾ ਨੂੰ ਸਭ ਥਾਂ 'ਤੇ ਵੇਖਣ ਨਹੀਂ ਦਿੰਦੀ। ਜਦੋਂ ਮਾਇਆ ਦੀ ਜ਼ਹਿਰ ਖਤਮ ਹੋ ਗਈ, ਸਭ ਥਾਂ 'ਤੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਸੋ ਨਾਮ ਜਪਣ ਦੇ ਲਾਭ ਦੱਸੇ ਨੇ। ਨਾਮ ਜਪਣ ਨਾਲ ਧਨ ਦੌਲਤ ਮਿਲਦਾ ਹੈ, ਆਤਮਿਕ ਸ਼ਕਤੀਆਂ ਮਿਲਦੀਆਂ ਹਨ। ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਤੁਸੀਂ ਜਿਹੜਾ ਕੰਮ ਕਰੋਗੇ ਉਸ 'ਚ ਬਰਕਤ ਹੋ ਜਾਏਗੀ। ਕਈ ਵਾਰੀ ਆਮਦਨ ਹੁੰਦੀ ਹੈ, ਬਰਕਤ ਨਹੀਂ ਹੁੰਦੀ, ਐਵੇਂ ਹੀ ਖਰਚਾ ਹੋ ਜਾਂਦਾ ਫਜ਼ੂਲ ਦਾ। ਮੇਰੇ ਕੋਲ ਆਉਂਦੇ ਰਹਿੰਦੇ ਨੇ, ਕਹਿੰਦੇ ਬਾਬਾ ਜੀ ਆਮਦਨ ਤਾਂ ਹੈ ਪਰ ਇੱਧਰੋਂ ਪੈਸਾ ਆਉਂਦਾ, ਖਰਚੇ ਦੇ ਸਮਝ ਹੀ ਨਹੀਂ ਆਉਂਦੀ ਕਿੱਥੇ ਜਾਂਦੇ, ਬਰਕਤ ਨਹੀਂ ਹੈ। ਉਹਨਾਂ ਨੂੰ ਫਿਰ ਪਾਠ ਦੇਈਦੇ ਪਏ ਆ, ਪਾਠ ਕਰੋ ਤਾਂ ਕਿ ਬਰਕਤ ਹੋ ਜਾਏ। ਭਜਨ ਬੰਦਗੀ ਦੇ ਨਾਲ ਹੀ ਗੱਲ ਬਣਨੀ ਹੈ। ਬਾਣੀ ਪੜ੍ਹੋ, ਨਾਮ ਜਪੋ, ਹੌਲੀ ਹੌਲੀ ਸਭ ਕੁਝ ਠੀਕ ਹੁੰਦਾ ਜਾਵੇਗਾ। ਕਈ ਵਾਰੀ ਸਾਡੇ ਜੀਵਨ ਦੀ ਤਾਣੀ ਜ਼ਿਆਦਾ ਉਲਝੀ ਹੁੰਦੀ ਹੈ, ਉਹਨੂੰ ਸੁਲਝਾਉਣ ਦੇ ਵਿੱਚ ਸਮਾਂ ਲੱਗਦਾ ਹੈ। ਕਾਲੇ ਨਹੀਂ ਪਿਆ ਜਾ ਸਕਦਾ, ਲੱਗੇ ਰਹਿਣਾ ਲੱਗੇ ਰਹਿਣਾ ਲੱਗੇ ਰਹਿਣਾ। ਇਹ ਜੀਵਨ ਦੀ ਬਾਜ਼ੀ ਤੇ ਜਿਹੜੀ ਸੁਲਝੇ ਤਾਣੀ। ਬਾਣੀ ਪੜ੍ਹਦੇ ਰਹਿਣਾ, ਨਾਮ ਜਪਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ, ਨਾਮ ਜਪਦੇ ਰਹਿਣਾ। ਆਪੇ ਉਹ ਜਿਹੜੇ ਮਾੜੇ ਕਰਮ ਨੇ ਉਹ ਕੱਟਦੇ ਜਾਣਗੇ। ਜਿਉਂ-ਜਿਉਂ ਮਾੜੇ ਕਰਮ ਕੱਟਣਗੇ, ਚੰਗੇ ਕਰਮਾਂ 'ਚ ਵਾਧਾ ਹੋਈ ਜਾਏਗਾ। ਸਾਡਾ ਆਪੇ ਜੀਵਨ ਸਹੀ ਸੁਖੀ ਹੋ ਜਾਵੇਗਾ। ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਤੁਸੀਂ ਨਾਲ ਪਾਠ ਵੀ ਕਰਦੇ ਹੋ, ਤੁਹਾਡੇ ਬਿਜ਼ਨਸ 'ਚ ਵਾਧਾ ਹੋ ਜਾਏਗਾ। ਹੁੰਦੇ ਮੇਰੇ ਕੋਲ ਸਾਡੀ ਦੁਕਾਨ ਨਹੀਂ ਚੱਲਦੀ ਜੀ, ਮੈਂ ਗੁਰੂ ਮਹਾਰਾਜ ਪੁੱਛ ਕੇ ਉਹਨਾਂ ਨੂੰ ਪਾਠ ਦੇਣਾ ਵੀ ਆਹ ਪਾਠ ਕਰੋ ਜੀ। 40 ਦਿਨ ਬਾਅਦ ਹਾਂ ਜੀ ਪਹਿਲਾਂ ਨਾਲ ਫਰਕ ਪੈ ਗਿਆ, ਮੈਂ ਕੋਈ ਹੋਰ ਕਰ ਲਓ ਪਾਠ। ਇਹ ਕਿਹੜਾ ਕੋਈ ਅੰਗਰੇਜ਼ੀ ਦਵਾਈ ਹੈ ਵੀ ਜਿਹਨੇ ਕੋਈ ਰਿਐਕਸ਼ਨ ਕਰਨਾ? ਪਾਠ ਹੀ ਹੈ, ਭਜਨ ਬੰਦਗੀ, ਲਾਭ ਹੀ ਲਾਭ ਹੈ, ਕਰੀ ਚਲੋ ਇਸ ਨੂੰ। ਸੋ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਜਪ ਕੇ ਨਿਧੀਆਂ ਸਿੱਧੀਆਂ ਮਿਲਦੀਆਂ। ਅੰਦਰ ਜਿਹੜੀ ਮਾਇਆ ਦੀ ਜ਼ਹਿਰ ਹੈ ਉਹ ਖਤਮ ਹੋ ਜਾਂਦੀ ਹੈ ਅਤੇ ਪਰਮਾਤਮਾ ਸਭ ਥਾਂ 'ਤੇ ਵਸਦਾ ਵਿਖਾਈ ਦਿੰਦਾ।
ਤ੍ਰਿਕੁਟੀ ਛੋਟੀ ਬਿਮਲ ਮੰਝਾਰ। ਬਿਮਲ ਹੁੰਦਾ ਪਵਿੱਤਰ, ਮੰਝਾਰ ਹੁੰਦਾ ਵਿੱਚ। ਜਦੋਂ ਸਾਡਾ ਧਿਆਨ ਪਵਿੱਤਰ ਪਰਮਾਤਮਾ 'ਚ ਹੋ ਜਾਂਦਾ ਨਾ, ਤ੍ਰਿਕੁਟੀ ਛੁੱਟੀ, ਮਾਇਆ ਦੀ ਤ੍ਰਿਕੁਟੀ ਖਤਮ ਹੋ ਜਾਂਦੀ ਹੈ। ਮਾਇਆ ਦੇ 3 ਗੁਣ ਨੇ, ਰਜੋ ਸਤੋ ਤਮੋ। ਇਹਨਾਂ 3 ਗੁਣਾਂ ਨੂੰ ਤ੍ਰਿਕੁਟੀ ਕਹਿੰਦੇ ਨੇ। ਇਹ ਜਿਹੜੀ ਤ੍ਰਿਕੁਟੀ ਹੈ, ਮਾਇਆ ਦੇ 3 ਗੁਣ ਖਤਮ ਹੋ ਜਾਂਦੇ ਨੇ। ਜਦੋਂ ਮਾਇਆ ਦੇ 3 ਗੁਣ ਖਤਮ ਹੁੰਦੇ ਨੇ, ਫਿਰ ਅਸੀਂ ਚੌਥਾ ਪਾਦ, ਚੌਥੀ ਅਵਸਥਾ 'ਤੇ ਪਹੁੰਚ ਜਾਂਦੇ ਹਾਂ, ਜਿਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਦੀ ਅਵਸਥਾ। ਗੁਰ ਕੀ ਮਤ ਜੀਏ ਆਈ ਕਾਰ। ਜੀਏ ਮੈਨੇ ਜਿੰਦ ਦੇ, ਕਾਰ ਮੈਨੇ ਕੰਮ। ਗੁਰੂ ਦੀ ਮਤ ਜਿੰਦ ਦੇ ਕੰਮ ਆਈ, ਜਿੰਦ ਨੂੰ ਲਾਭ ਹੋਇਆ। ਗੁਰੂ ਦੀ ਮਤ ਹੈ ਹੀ ਇਸ ਵੇਲੇ। ਆ ਗੁਰੂ ਦੀ ਮਤ ਹੀ ਹੈ ਕਿ ਜੇ ਭਾਈ ਨਾਮ ਜਪੋ, ਤੁਹਾਨੂੰ ਨਿਧੀਆਂ ਸਿੱਧੀਆਂ ਮਿਲਣਗੀਆਂ। ਨਾਮ ਜਪੋ, ਅੰਦਰ ਜੋ ਮਾਇਆ ਦੀ ਜ਼ਹਿਰ ਹੈ ਖਤਮ ਹੋ ਜਾਏਗੀ, ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ। ਨਾਮ ਜਪੋ, ਤੁਹਾਡੀ ਤ੍ਰਿਕੁਟੀ ਜਿਹੜੀ ਹੈ ਉਹ ਛੁੱਟ ਜਾਏਗੀ ਅਤੇ ਤੁਹਾਨੂੰ ਜਿਹੜਾ ਉਚਾਈ 'ਤੇ ਜਾਣ ਦਾ ਰਸਤਾ ਮਿਲ ਜਾਏਗਾ। ਗੁਰੂ ਦੀ ਮੱਤ ਹੈ ਜਿਹਦੇ ਆਤਮਾ ਨੂੰ, ਜੀ ਨੂੰ, ਜਿੰਦ ਨੂੰ ਲਾਭ ਹੀ ਲਾਭ ਹੈ। ਇਨ ਵਿਦ ਰਾਮ ਰਮਤ ਮਨ ਮਾਨਿਆ। ਇਸ ਤਰੀਕੇ ਨਾਲ ਨਾਮ ਜਪਦਿਆਂ ਜਪਦਿਆਂ, ਰਾਮ ਰਮਤ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨ ਮੰਨ ਗਿਆ। ਕਿਸੇ ਨੂੰ ਕਹੋ ਭਾਈ ਨਾਮ ਜਪਿਆ ਕਰੋ, ਉਹਦਾ ਮਨ ਹੀ ਨਹੀਂ ਮੰਨਦਾ। ਕਈ ਬੱਚਿਆਂ ਦਾ ਪੜ੍ਹਾਈ ਕਰਨ ਨੂੰ ਜੀਅ ਨਹੀਂ ਕਰਦਾ, ਮਨ ਨਹੀਂ ਮੰਨ ਰਿਹਾ। ਉਹਨੂੰ ਕਹੋ ਭਾਈ ਪੜ੍ਹ ਲੈ ਗਏ। ਕਈ +2 ਕਰਕੇ ਹਟ ਜਾਂਦੇ ਨੇ। ਜੇ ਪੜ੍ਹਾਈ ਆਉਂਦੀ ਨਹੀਂ, ਮੈਂ +2 ਤੂੰ ਕਿਵੇਂ ਕਰ ਗਿਆ ਵੇ? ਜੇ ਤੂੰ +2 ਕਰ ਸਕਦਾ ਹੈ, ਤੂੰ ਫਿਰ BA ਪਾਰਟ 1 ਵੀ ਕਰ ਸਕਦਾ ਹੈ। ਮੈਨੂੰ ਯਾਦ ਹੈ, ਮੈਂ ਟੀਚਰ ਲੱਗਾ ਸੀ ਅਤੇ 11ਵੀਂ ਕਰਨੀ ਸੀ। ਮੈਟ੍ਰਿਕ ਤੱਕ ਪੜ੍ਹਿਆ ਸੀ, ਗਿਆਨੀ ਕੀਤੇ ਸੀ। ਅੱਗੇ ਪੜ੍ਹਨ ਦਾ ਵਿਚਾਰ ਹੋ ਗਿਆ। ਹੁਣ ਪ੍ਰਾਈਵੇਟਲੀ ਕਰਨੀ, ਪਿੰਡਾਂ ਦੇ ਵਿੱਚ ਟਿਊਸ਼ਨਾਂ ਵੀ ਕੋਈ ਨਹੀਂ ਹੁੰਦੀਆਂ। ਪ੍ਰਾਈਵੇਟਲੀ ਉਦੋਂ ਇਹਨੂੰ ਪ੍ਰੈਪ ਕਿਹਾ ਕਰਦੇ ਸਨ। ਪ੍ਰੈਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਦੋਂ 10ਵੀਂ ਦੇ ਇਮਤਿਹਾਨ ਲਿਆ, ਕਦੇ 11ਵੀਂ 12ਵੀਂ ਦੇ। ਚਲੋ ਜੀ, ਮੈਂ ਬਹੁਤ ਅੱਛੇ ਨੰਬਰ ਲੈ ਕੇ ਇਹ 11ਵੀਂ ਪਾਸ ਕਰ ਗਿਆ। ਫਿਰ ਮੇਰੇ ਮਨ ਨੂੰ ਹੋ ਗਿਆ ਵੀ ਜੇ ਮੈਂ 11ਵੀਂ ਕਰ ਸਕਦਾ, ਮੈਂ 12ਵੀਂ ਵੀ ਕਰ ਸਕਦਾ। ਫਿਰ ਮੈਂ 12ਵੀਂ ਕਰ ਗਿਆ। ਜੇ ਮੈਂ 12ਵੀਂ ਕਰ ਸਕਦਾ, ਮੈਂ 13ਵੀਂ ਵੀ ਕਰ ਸਕਦਾ। ਫਿਰ ਮੈਂ 13ਵੀਂ ਕਰ ਗਿਆ। ਜੇ ਮੈਂ 13ਵੀਂ ਕਰ ਸਕਦਾ, ਮੈਂ 14ਵੀਂ ਵੀ ਕਰ ਸਕਦਾ। ਫਿਰ ਮੈਂ ਜੇ ਮੈਂ 14 ਜਮਾਤਾਂ ਪਤਾ BA 14 ਜਮਾਤਾਂ ਹੁਣ 15 ਦੇ ਹੋ ਗਏ। ਮੈਂ ਜੇ ਮੈਂ BA ਕਰ ਸਕਦਾ, ਫਿਰ ਮੈਂ MA ਵੀ ਕਰ ਸਕਦਾ। ਮੈਂ MA ਕਰ ਗਿਆ। ਜੇ ਮੈਂ 1 MA ਕਰ ਸਕਦਾ, ਫਿਰ ਮੈਂ ਦੂਜੀ ਵੀ ਕਰ ਸਕਦਾ। ਮੈਂ ਦੂਜੀ ਕਰ ਗਿਆ। ਜੇ 2 MA ਕਰ, ਮੈਂ ਤੀਜੀ ਵੀ ਕਰ, ਮੈਂ ਤੀਜੀ ਵੀ ਕਰ ਗਿਆ। ਹੌਸਲਾ ਛੱਡ ਪੈਂਦੇ ਨੇ ਬਈ ਜੇ ਤੁਸੀਂ +2 ਹੋ ਗਏ ਹੋ ਤਾਂ ਅੱਗੇ ਕਿਉਂ ਨਹੀਂ ਪੜ੍ਹ ਸਕਦੇ ਵੇ? ਹੈ ਅੱਗੇ ਪੜ੍ਹ ਲਓ ਨਾ। ਅਵਾਰਾਗਰਦੀ ਜੀ ਕਰੀ ਜਾਣੀ ਹੈ, ਉਹ ਜੀ ਬੈਠੇ ਰਹਿਣਾ ਹੈ। ਪੜ੍ਹਾਈ ਤਾਂ ਪੜ੍ਹਾਈ ਹੋਈ ਹੈ। ਕਹਿੰਦੇ ਨੌਲੇਜ ਇਜ਼ ਪਾਵਰ। ਗਿਆਨ 'ਚ ਸ਼ਕਤੀ ਹੁੰਦੀ ਹੈ। ਪੜ੍ਹਾਈ ਪੜ੍ਹਾਈ ਹੈ। ਕਈ ਮੈਨੂੰ ਕਹਿੰਦੇ ਤਨਖਾਹ ਤਾਂ BA B.Ed ਦੀ ਮਿਲਦੀ ਹੈ, ਕਿਆ ਫਾਇਦਾ MA ਕਰਨ ਦਾ? ਮੈਂ ਗੱਲ ਤਨਖਾਹ ਦੀ ਨਹੀਂ ਭਰਾਵਾ, ਗੱਲ ਤਾਂ ਗਿਆਨ ਦੀ ਹੈ। ਇੱਕ ਕਲਾਸ ਨੂੰ BA B.Ed ਪੜ੍ਹਾ ਰਿਹਾ, ਇੱਕ ਕਲਾਸ ਨੂੰ MA B.Ed ਪੜ੍ਹਾ ਰਿਹਾ। ਫਰਕ ਹੋਏਗਾ ਤੁਹਾਨੂੰ ਦੇ ਪੜ੍ਹਾਉਣ 'ਚ। ਇੱਕ ਕਲਾਸ ਨੂੰ ਪ੍ਰਾਇਮਰੀ ਦਾ ਟੀਚਰ ਪੜ੍ਹਾ ਰਿਹਾ, ਇੱਕ ਕਲਾਸ ਨੂੰ ਮੈਟ੍ਰਿਕ ਦਾ ਟੀਚਰ ਪੜ੍ਹਾ ਰਿਹਾ। ਗਿਆਨ 'ਚ ਫਰਕ ਹੈ ਤੁਹਾਨੂੰ ਦੇ। ਲਾਭ ਹੁੰਦਾ ਹੈਗਾ। ਕੀ ਹੋਇਆ ਵੀ ਸਰਕਾਰ ਨੇ ਫੈਸਲਾ ਦਿੱਤਾ, ਕੋਰਟ ਨੇ, ਕਿ ਜਿਨ੍ਹਾਂ ਨੇ MA ਕੀਤੀ ਹੈ ਉਹਨਾਂ ਨੂੰ 2 ਇੰਕਰੀਮੈਂਟ ਦਿੱਤੇ ਜਾਣ। ਜਦੋਂ ਸਾਨੂੰ 2 ਇੰਕਰੀਮੈਂਟ ਮਿਲ ਗਏ ਨਾ, ਫਿਰ ਕਹਿੰਦੇ ਹਾਂ ਯਾਰ ਅਸੀਂ ਵੀ ਪੜ੍ਹ ਲੈਂਦੇ। ਉਹ ਦੂਜਾ ਅਸੀਂ ਅੱਗੇ ਲੰਘ ਗਏ ਵੀ ਜਦੋਂ 2 ਇੰਕਰੀਮੈਂਟ ਮਿਲ ਗਏ। ਉਹ ਕਹਿੰਦੇ MA ਕੀਤੀ ਹੈ, ਇਹ ਦੂਜੇ ਨਾਲ 2 ਜਮਾਤਾਂ ਵੱਧ ਪੜ੍ਹੇ ਨੇ, ਇਹਨਾਂ 2 ਇੰਕਰੀਮੈਂਟ ਦੇ ਵੱਧ। ਪੜ੍ਹਾਈ ਦਾ ਫਾਇਦਾ ਹੀ ਫਾਇਦਾ ਹੈ। ਜਿੰਨੀ ਵੀ ਪੜ੍ਹਾਈ ਕਰ ਸਕੋ ਕਰਦੇ ਰਹਿਣਾ ਚਾਹੀਦਾ।
ਇਹ ਨਹੀਂ ਕਿ ਬਸ ਬਹੁਤ ਪੜ੍ਹ ਲਿਆ ਹੁਣ ਨੌਕਰੀ ਮਿਲ ਗਈ ਪੜ੍ਹਨੋਂ ਹਟ ਜਾਓ, ਨਹੀਂ, ਲੱਗੇ ਰਹੋ। ਭਾਵੇਂ ਨੌਕਰੀ ਵੀ ਮਿਲ ਜਾਏ, ਤੁਸੀਂ ਇੱਕ MA ਕਰ ਲਈ, ਦੂਜੀ ਕਰ ਲਓ, 2 ਕਰ ਲਈ, ਤੀਜੀ ਕਰ ਲਓ, 3 ਕਰੇ, ਚੌਥੀ ਕਰ ਲਓ, ਕਰ ਲਓ, ਲੱਗੇ ਰਹੋ। ਹੌਸਲਾ ਨਹੀਂ ਛੱਡੀਦਾ ਹੁੰਦਾ। ਐ ਨਹੀਂ ਕਦੇ ਕਿਤੇ ਬਹੁਤ ਪੜ੍ਹ ਲਿਆ ਹੈ, ਬਹੁਤ ਕਦੇ ਵੀ ਨਹੀਂ ਹੁੰਦਾ, ਵੈਸੇ ਥੋੜ੍ਹਾ ਹੁੰਦਾ ਹੈ। ਤਾਂ ਕਹਿੰਦੇ ਨੇ ਇਨ ਬਿਦ ਰਾਮ ਰਵਤ ਮਨ ਮਾਨਿਆ। ਇਸ ਤਰੀਕੇ ਨਾਲ ਰਾਮ ਦਾ ਨਾਮ ਜਪਦਾ ਜਪਦਾ ਮਨ ਮੰਨ ਜਾਂਦਾ ਹੈ। ਮਨ ਪਰਮਾਤਮਾ ਨੂੰ ਮੰਨ ਜਾਂਦਾ ਵੀ ਹਾਂ ਪਰਮਾਤਮਾ ਹੈ। ਨਾਮ ਜਪਣ ਦਾ ਲਾਭ ਹੈ, ਮਨ ਮੰਨ ਜਾਂਦਾ ਆਪਣਾ। ਤੁਸੀਂ ਬਾਣੀ ਪੜ੍ਹੀ, ਤੁਹਾਨੂੰ ਲਾਭ ਹੋ ਗਿਆ, ਤੁਹਾਡਾ ਮਨ ਮੰਨ ਗਿਆ ਵੀ ਹਾਂ ਬਾਣੀ ਪੜ੍ਹਨਾ ਲਾਭ ਹੁੰਦਾ। ਫਿਰ ਆਪੇ ਲੱਗੇ ਰਹੋ, ਫਿਰ ਲੱਗੇ ਰਹੋ। ਅਤੇ ਕਈਆਂ ਵਿਚਾਰੇ ਦਾ ਮਸਾਂ ਪੂਰਾ ਕੀਤਾ ਹੁੰਦਾ। ਮੈਂ ਇੱਕ ਵਾਰੀ ਸੰਤ ਸੀਤਲ ਸਿੰਘ ਜੀ ਕੋਲ ਉੱਥੇ ਥੇੜੀ ਸਾਹਿਬ ਬੈਠਾ, ਇੱਕ ਮੁੰਡਾ ਆ ਗਿਆ, ਬਾਬਾ ਜੀ ਮੇਰਾ ਕੰਮ ਹੋ ਜਾਏ। ਉਹ ਕਹਿੰਦੇ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ 21 ਦਿਨ। ਚਲੋ ਕੁਦਰਤੀ 22ਵੇਂ ਦਿਨ ਮੈਂ ਮਹਾਂਪੁਰਖਾਂ ਕੋਲ ਬੈਠਾ, ਉਹ ਮੁੰਡਾ ਵੀ ਡੱਬਾ ਲਈ ਆਉਂਦਾ। ਮੈਂ ਮਹਾਂਪੁਰਖਾਂ ਨੂੰ ਕਿਹਾ ਮੈਂ ਬਾਬਾ ਜੀ ਦਾ ਕੰਮ ਹੋ ਗਿਆ, ਡੱਬਾ ਲਈ ਆਉਂਦਾ। ਆ ਕਹਿੰਦਾ ਬਾਬਾ ਜੀ ਤੁਹਾਡਾ ਬੜਾ ਬੜਾ ਧੰਨਵਾਦ ਹੈ, ਮੇਰਾ ਕੰਮ ਹੋ ਗਿਆ। ਕਹਿੰਦੇ ਅੱਛਾ ਭਾਈ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ। ਕਹਿੰਦਾ ਜੀ ਕਰਦੇ ਹੀ ਰਹਿਣਾ ਜੀ। ਮਹਾਂਪੁਰਖ ਹੱਸ ਪਏ, ਕਹਿੰਦਾ ਭਿੰਡਰ ਸਾਹਿਬ ਦੇਖੋ ਪਾਠ ਕਰਨਾ ਕਿੰਨਾ ਔਖਾ ਲੱਗਦਾ ਵੀ ਅੱਗੇ ਨਹੀਂ ਕੋਈ ਪ੍ਰੋਬਲਮ ਆਉਣੀ ਕਿ ਇੱਕੋ ਹੀ ਕੰਮ ਸੀ, ਹੋਰ ਨਹੀਂ ਕੰਮ ਸਾਨੂੰ ਪੈਣੇ। ਭਜਨ ਬੰਦਗੀ ਕਰਨੀ ਬੰਦੇ ਨੂੰ ਬੜੀ ਔਖੀ। ਨਾਲੇ ਪਤਾ ਲੱਗ ਗਿਆ ਵੀ ਮੈਂ 21 ਦਿਨ ਪਾਠ ਕੀਤਾ, ਮੇਰਾ ਕੰਮ ਹੋ ਗਿਆ। ਹੈਂ ਇੱਕ ਬੱਚੇ ਨੂੰ ਮੈਂ ਪਾਠ ਦਿੱਤਾ, ਉਹਦਾ ਕੰਮ ਹੋ। ਕਹਿੰਦਾ ਬਾਬਾ ਜੀ ਮੈਂ ਤਾਂ ਇਹ ਪਾਠ ਹੁਣ ਸਾਰੀ ਉਮਰ ਕਰਦੇ ਰਹਿਣਾ। ਮੈਂ ਠੀਕ ਕਰਦਾ ਰਹਿ, ਤੈਨੂੰ ਕੋਈ ਅੜਚਣ ਨਹੀਂ ਆਵੇਗੀ, ਤੇਰੀ ਲਾਈਨ ਕਲੀਅਰ ਰਹੇਗੀ। ਵਿਗਨ ਵਿਨਾਸ਼ਨ ਆਹਰ ਕਰਨੇ, ਸਾਰੇ ਵਿਗਨ ਦੂਰ ਕਰ ਦੇਣਾ। ਕਈ ਤਾਂ ਕਹਿੰਦੇ ਨੇ ਅਸੀਂ ਸਾਰੀ ਉਮਰ ਕਰਨਾ, ਅਤੇ ਕਈ ਦਿਨ ਅਜੇ ਕਰੀ ਹੋਈ ਜਾਣਾ ਜੀ। ਅਜੇ ਮਨ ਨਹੀਂ ਨਾ ਮੰਨਿਆ। ਜਦੋਂ ਮਨ ਮੰਨੇਗਾ ਨਾ, ਮਨ ਮਾਨਿਆ ਤਾਂ ਹਰ ਜਾਣਿਆ। ਮਨ ਮੰਨੇਗਾ ਤਾਂ ਨਹੀਂ। ਇਨ ਬਿਦ ਰਾਮ ਰਮਤ ਮਨ ਮਾਨਿਆ। ਇਸ ਤਰ੍ਹਾਂ ਰਾਮ ਦਾ ਨਾਮ ਜਪਦੇ ਜਪਦੇ ਮਨ ਮੰਨ ਜਾਂਦਾ। ਗਿਆਨ ਅੰਜਨ ਗੁਰ ਸ਼ਬਦ ਪਛਾਣੇ। ਗੁਰੂ ਦੇ ਸ਼ਬਦ ਰਾਹੀਂ ਗਿਆਨ ਰੂਪੀ ਸੁਰਮੇ ਨੂੰ ਜਾਣ ਲਿਆ ਹੈ। ਅੰਜਨ ਦਾ ਸੁਰਮਾ, ਗੁਰੂ ਮਹਾਰਾਜ ਗਿਆਨ ਦਾ ਸੁਰਮਾ ਪਾਉਂਦੇ ਨੇ। ਆਪਾਂ ਤੇ ਅੱਖਾਂ ਦੇ ਵਿੱਚ ਦੂਜਾ ਸੁਰਮਾ ਪਾਉਂਦੇ, ਉਹ ਵੀ ਅੱਡ ਅੱਡ ਭਾਵਨਾ ਹੈ। ਕੋਈ ਤਾਂ ਸੁਰਮਾ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਪਾਉਂਦਾ, ਕੋਈ ਸੁਰਮਾ ਅੱਖਾਂ ਨੂੰ ਮਟਕਾਉਣ ਲਈ ਪਾਉਂਦਾ ਵੀ ਅੱਖਾਂ ਦੇਖਣ ਨੂੰ ਸੋਹਣੀਆਂ ਲੱਗਣ, ਕੋਈ ਇਸ ਲਈ ਪਾਉਂਦਾ, ਭਾਵਨਾ ਹੈ। ਗਿਆਨ ਅੰਜਨ ਗੁਰ ਸ਼ਬਦ ਪਛਾਣਿਆ। ਗੁਰੂ ਦੇ ਸ਼ਬਦ ਰਾਹੀਂ ਗਿਆਨ ਅੰਜਨ ਕੀ ਹੁੰਦਾ ਇਹਦੀ ਸਮਝ ਆ ਗਈ ਹੈ ਕਿ ਗੁਰੂ ਮਹਾਰਾਜ ਅੰਦਰ ਸਾਡੇ ਗਿਆਨ ਕਰ ਦਿੰਦੇ ਨੇ। ਸਾਨੂੰ ਗਿਆਨ ਹੋ ਜਾਂਦਾ ਜ਼ਿੰਦਗੀ ਦਾ, ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ, ਪਰਮਾਤਮਾ ਬਾਰੇ ਗਿਆਨ ਹੋ ਜਾਂਦਾ। ਰਹਾਓ ਇੱਕ ਸੁਖ ਮਾਨਿਆ ਸਹਿਜ ਮਿਲਾਇਆ। ਜਦੋਂ ਸਹਿਜੇ ਇਸ ਨਾਮ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਫਿਰ ਰੱਬੀ ਸੁੱਖ ਦਾ ਗਿਆਨ ਹੋ। ਇੱਕ ਸੁੱਖ ਰੱਬੀ ਸੁੱਖ ਦਾ ਗਿਆਨ ਹੋ ਗਿਆ। ਇਹ ਤਾਂ ਰੱਬੀ ਸੁੱਖ ਮਿਲਦਾ ਨਾਮ ਜਪਣ ਨਾਲ। ਨਿਰਮਲ ਬਾਣੀ ਭਰਮ ਚੁਕਾਇਆ। ਇਸ ਪਵਿੱਤਰ ਬਾਣੀ ਨੇ ਅੰਦਰ ਸਾਰਾ ਭਰਮ ਹੀ ਖਤਮ ਕਰਤਾ। ਜਿਹੜਾ ਭਰਮ ਹੈ ਇਹ ਸਾਨੂੰ ਸਿਰੇ ਨਹੀਂ ਲੱਗਣ ਦਿੰਦਾ। ਬੱਚੇ ਨੂੰ ਭਰਮ ਹੈ, ਜਿਵੇਂ ਆਈਲੈਟਸ ਤੋਂ ਇੱਕ ਦਿਨ ਪਹਿਲਾਂ ਇੱਕ ਆ ਗਿਆ, ਜੇ ਮੈਂ ਪਾਸ ਹੋ ਜਾ, ਮੈਂ ਪਹਿਲਾਂ ਨਹੀਂ ਆਉਣਾ। ਮੰਨ ਲਓ ਹੁਕਮਨਾਮਾ ਆ ਗਿਆ ਤੂੰ ਪਾਸ ਨਹੀਂ ਹੁੰਦਾ, ਤੇਰੇ ਤਾਂ ਪਹਿਲੇ ਮਨ ਟੁੱਟ ਜਾਏਗਾ, ਤੇਰਾ ਤਾਂ ਪਹਿਲੇ ਹੀ ਮਨ ਟੁੱਟ ਜਾਏਗਾ। ਪਹਿਲਾਂ ਨਹੀਂ ਆਉਣਾ, ਪੇਪਰ ਦੇ ਕੇ ਆਈ, ਪੇਪਰ ਦੇ ਕੇ ਆਈ, ਫਿਰ ਤੈਨੂੰ ਪਾੜ ਦੇਵਾਂਗੇ ਜੇ ਲੋੜ ਪਏਗਾ। ਉਹ ਭਰਮ ਹੈ, ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ। ਵੀ ਭਲਿਆ ਮਾਨਸਾ
ਤੂੰ ਮਿਹਨਤ ਕੀਤੀ, ਤੂੰ ਕਿਉਂ ਨਹੀਂ ਪਾਸ ਹੋਏਗਾ? ਜੋ ਤੂੰ ਮਿਹਨਤ ਕੀਤੀ ਹੈ ਕਿਉਂ ਨਹੀਂ ਪਾਸ ਹੋਏਗਾ? ਵਿਸ਼ਵਾਸ ਹੋਣਾ ਚਾਹੀਦਾ, ਮੈਂ ਮਿਹਨਤ ਕੀਤੀ ਹੈ, ਮੈਂ ਪਾਸ ਹੋਵਾਂਗਾ। ਭਰਮ ਹੈ, ਪਤਾ ਨਹੀਂ ਪਾਸ ਹੋਵਾਂਗਾ ਕਿ ਨਹੀਂ ਹੋਵਾਂਗਾ। ਫਿਰ ਪੇਪਰ ਨਹੀਂ ਵਧੀਆ ਹੁੰਦਾ। ਫਿਰ ਬੰਦਾ ਟੁੱਟੇ ਜਿਹੇ ਦਿਲ ਨਾਲ ਪੜ੍ਹ ਕਰਦਾ, ਪੇਪਰ ਕਰਦਾ, ਫਿਰ ਪਤਾ ਨਹੀਂ ਪਾਸ ਹੋਣਾ ਕਿ ਨਹੀਂ ਹੋਣਾ। ਨਿਰਮਲ ਬਾਣੀ ਭਰਮ ਚੁਕਾਇਆ। ਇਹ ਪਵਿੱਤਰ ਬਾਣੀ ਜਿਹੜੀ ਅੰਦਰ ਭਰਮ ਹੀ ਖਤਮ ਕਰ ਦਿੰਦੀ ਹੈ। ਲਾਲ ਪੈ ਸੂਹਾ ਰੰਗ ਮਾਇਆ। ਮਾਇਆ ਦਾ ਰੰਗ ਹੈਗਾ ਸੂਹਾ। ਸੂਹਾ ਰੰਗ ਜਿਹੜਾ ਗੁਰਬਾਣੀ ਦੇ 'ਚ ਉੱਥੇ ਵਰਤਿਆ ਜਿਹਦਾ ਕੱਚਾ ਰੰਗ ਹੋਵੇ। ਕੱਚੇ ਰੰਗ ਨੂੰ ਗੁਰਬਾਣੀ 'ਚ ਸੂਹਾ ਰੰਗ ਕਿਹਾ। ਲਾਲ ਰੰਗ ਪੱਕੇ ਰੰਗ ਨੂੰ ਕਿਹਾ ਹੋਇਆ। ਮਾਇਆ ਦਾ ਜਿਹੜਾ ਰੰਗ ਹੈ ਇਹ ਸੂਹਾ ਹੈ, ਇਹ ਕੱਚਾ ਹੈ। ਪਰਮਾਤਮਾ ਦੇ ਨਾਮ ਦਾ ਜਿਹੜਾ ਰੰਗ ਹੈ ਇਹ ਲਾਲ ਹੈ, ਇਹ ਪੱਕਾ ਹੈ। ਲਾਲ ਪਏ ਸੂਹਾ ਰੰਗ ਮਾਇਆ। ਮਾਇਆ ਜਿਹੜਾ ਕੱਚਾ ਰੰਗ ਸੀ ਉਹ ਖਤਮ ਹੋ ਗਿਆ ਅਤੇ ਪਰਮਾਤਮਾ ਦੇ ਨਾਮ ਦਾ ਪੱਕਾ ਰੰਗ ਚੜ੍ਹ ਗਿਆ ਹੈ। ਨਦਰ ਭਈ ਬਿਕ ਠਾਕ ਰਹਾਇਆ। ਰਹਾਇਆ ਦਾ ਰੋਕ ਦੇਣਾ, ਠਾਕ ਰਹਾਇਆ। ਨਦਰ ਪਈ, ਨਦਰ ਦੀ ਕਿਰਪਾ ਦ੍ਰਿਸ਼ਟੀ। ਜਦੋਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਈ, ਵੇਖ ਇਹ ਮਾਇਆ ਰੂਪੀ ਜ਼ਹਿਰ ਪਰਮਾਤਮਾ ਨੇ ਰੋਕਤੀ। ਮਾਇਆ ਦੇ ਪ੍ਰਭਾਵ ਨੂੰ ਰੋਕਤਾ। ਕਿ ਨਾਮ ਜਪਿਆ, ਹੁਣ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਮਨੁੱਖ 'ਤੇ। ਜਿੰਨਾ ਚਿਰ ਨਾਮ ਨਹੀਂ ਜਪਦਾ ਮਾਇਆ ਦੇ ਪ੍ਰਭਾਵ ਥੱਲੇ ਰਹਿੰਦਾ, ਵੀ ਵੱਧ ਤੋਂ ਵੱਧ ਮਾਇਆ ਕਮਾਈ ਜਾਵੇ। ਜਿਉਂ ਨਾਮ ਜਪੀ ਜਾਂਦਾ ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ। ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ ਹੈ। ਕੋ ਬੰਦਿਆ ਆਹ 2-3 ਰੋਟੀਆਂ ਖਾਣੀਆਂ, ਆਹ 2-3 ਕੱਪੜੇ ਪਾਉਣੇ, ਕਿਉਂ ਐਵੇਂ ਔਖਾ ਹੋਈ ਜਾਂਦਾ? ਬਸ ਆਨੰਦ ਹੀ ਆਨੰਦ। ਉਸ ਤੋਂ ਬਾਅਦ ਆਨੰਦ ਹੀ ਆਨੰਦ ਹੈ ਜ਼ਿੰਦਗੀ 'ਚ। ਉਹ ਬੰਦਿਆ ਆਹ 2-4 ਰੋਟੀਆਂ ਖਾਣੀਆਂ, ਆਹ 2-3 ਕੱਪੜੇ ਪਾਉਣੇ ਨੇ, ਕਿਉਂ ਔਖਾ ਹੋਈ ਜਾਂਦਾ? ਅਤੇ ਗੱਲ ਵੀ ਠੀਕ ਹੈ। ਕੱਪੜੇ 2-3 ਹੀ ਪਾਉਣੇ, 2-4 ਹੀ ਰੋਟੀਆਂ ਖਾਣੀਆਂ। ਇਕੱਠੇ ਕੱਪੜੇ ਕਰੀ ਜੋ ਗੱਲ ਵੱਖਰੀ ਹੈ। ਲੋੜ ਤਾਂ ਥੋੜ੍ਹਿਆਂ ਦੀ ਹੁੰਦੀ। ਸਾਡੀਆਂ ਜਿਹੜੀਆਂ ਇੱਛਾਵਾਂ ਨੇ ਸਾਨੂੰ ਦੁਖੀ ਕਰਦੇ, ਲੋੜਾਂ ਦੁਖੀ ਨਹੀਂ ਕਰਦੀਆਂ। ਲੋੜਾਂ ਤਾਂ ਥੋੜ੍ਹੀਆਂ ਹੁੰਦੀਆਂ ਨੇ ਬੰਦੇ ਦੀ। 10,000 ਨਾਲ ਪਰਿਵਾਰ ਦਾ ਸਾਰੇ ਮਹੀਨੇ ਦਾ ਗੁਜ਼ਾਰਾ ਹੋ ਸਕਦਾ। ਜਿਹੜਾ ਸੌਦਾ ਖਰੀਦਣ ਜਾਓ ਮਹੀਨੇ ਲਈ ਆ ਜਾਏਗਾ ਤੁਹਾਡਾ। ਪਰ ਆਹ ਚਾਹੀਦਾ, ਆਹ ਚਾਹੀਦਾ, ਉਹ ਚਾਹੀਦਾ, ਇਹਨਾਂ ਕਰਕੇ ਖਰਚੇ ਵਧੇ ਜਾਂਦੇ ਹਨ। ਕਈ ਚੀਜ਼ਾਂ ਬਿਨਾਂ ਸਾਡਾ ਸਰਦਾ ਹੈ। ਜਿਨ੍ਹਾਂ ਚੀਜ਼ਾਂ ਬਿਨਾਂ ਸਰੇ ਨਾ, ਉਹ ਚੀਜ਼ਾਂ ਨਹੀਂ ਬਾਜ਼ਾਰੋਂ ਖਰੀਦੀ ਦੀਆਂ ਹੁੰਦੀਆਂ। ਜਿਨ੍ਹਾਂ ਚੀਜ਼ਾਂ ਬਿਨਾਂ ਨਹੀਂ ਸਰਦਾ ਸਿਰਫ ਉਹੀ ਖਰੀਦੀ ਦੇ, ਆਪੇ ਤੁਹਾਡੇ ਖਰਚੇ ਘੱਟ ਜਾਣ। ਤੁਸੀਂ ਕੀ ਕਰਦੇ? ਬਾਜ਼ਾਰ ਗਿਆ, ਕੋਈ ਚੀਜ਼ ਪਸੰਦ ਇਹ ਵੀ ਲੈ ਆਓ ਜੀ। ਫਿਰ ਅਗਲੇ ਦਿਨ ਬਾਜ਼ਾਰ ਕੇ ਕੋਈ ਪਸੰਦ ਹੈ ਇਹ ਵੀ ਲੈ ਆਓ ਜੀ। ਲੋੜ ਉਸ ਦੀ ਹੈ ਨਹੀਂ, ਬਸ ਪਸੰਦ ਆ ਗਈ, ਪਸੰਦ ਆ ਗਈ, ਲੋੜ ਨਹੀਂ ਹੈਗੀ। ਇਸ ਲਈ ਮਨੁੱਖ ਫਿਰ ਖਰਚੇ ਵੱਧ ਜਾਂਦੇ, ਫਿਰ ਦੁਖੀ ਹੁੰਦਾ ਰਹਿੰਦਾ। ਤਾਂ ਗੁਰੂ ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ, ਨਦਰ ਪਈ ਬਿਕ ਠਾਕ ਰਹਾਇਆ। ਇਹ ਮਾਇਆ ਦੀ ਜ਼ਹਿਰ ਨੂੰ ਪਰਮਾਤਮਾ ਰੋਕ ਕੇ ਰੱਖਦਾ ਹੈ। ਇਹਦਾ ਅਸਰ ਨਹੀਂ ਸਾਡੇ 'ਤੇ ਹੋਣ ਦਿੰਦਾ। ਉਲਟ ਪਈ ਜੀਵਤ ਮਰ ਜਾਗਿਆ। ਜਦੋਂ ਮੱਤ ਇਹ ਸੰਸਾਰ ਵੱਲੋਂ ਉਲਟ ਗਈ, ਕਿਉਂਕਿ ਗੁਰੂ ਦੀ ਮੱਤ ਨੇ ਸਾਡੀ ਮੱਤ ਨੂੰ ਬਦਲ ਦੇਣਾ। ਇਸ ਵੇਲੇ ਸਾਡੀ ਸਭ ਮੱਤ ਸੰਸਾਰੀ ਹੈ। ਜਦੋਂ ਅਸੀਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਾਂਗੇ, ਸਾਡੀ ਮੱਤ ਰੱਬੀ ਮੱਤ ਹੋ ਜਾਏਗੀ। ਉਲਟ ਪਈ, ਜਦੋਂ ਮੱਤ ਉਲਟ ਗਈ, ਬਦਲ ਗਈ, ਜੀਵਤ ਮਰ ਜਾਗਿਆ। ਇਹ ਬੰਦਾ ਜਿਉਂਦਿਆਂ ਹੋਏ ਮਰ ਜਾਂਦਾ ਹੈ ਅਤੇ ਦੁਬਾਰਾ ਜਾਗਦਾ ਹੈ। ਇਹਦੇ ਅੰਦਰ ਹਉਮੈ ਮਰ ਜਾਂਦੀ ਹੈ। ਹਉਮੈ ਦਾ ਮਰ ਜਾਣਾ ਹੀ ਜੀਵਨ ਦਾ ਮਰ ਜਾਣਾ ਹੈ। ਅੰਦਰੋਂ ਹਉਮੈ ਮਰ ਜਾਂਦੀ ਹੈ ਅਤੇ ਮਨੁੱਖ ਨੂੰ ਇੱਕ ਨਵਾਂ ਜੀਵਨ ਮਿਲ ਜਾਂਦਾ ਹੈ। ਉਂਝ ਨਹੀਂ ਕਿ ਮਰ ਕੇ ਜਾਗਿਆ ਹੈ, ਜਿਵੇਂ ਸਰੀਰਕ ਤੌਰ 'ਤੇ ਮਰੀ ਦਾ ਉਸ ਤੋਂ ਭਾਵ ਨਹੀਂ ਹੈ। ਅੰਦਰੋਂ ਹਉਮੈ ਮਰ ਗਈ ਹੈ, ਮਨੁੱਖ ਨੂੰ ਇੱਕ ਨਵਾਂ ਜੀਵਨ ਮਿਲ ਗਿਆ ਹੈ। ਇਹ ਫਿਰ ਭਜਨ ਬੰਦਗੀ ਵਾਲੇ ਪਾਸੇ ਲੱਗ ਜਾਂਦਾ। ਜਿੱਥੇ ਹਉਮੈ ਹੋਏਗੀ ਭਜਨ ਬੰਦਗੀ ਨਹੀਂ ਕਰਨ ਦਿੰਦੀ, ਉਹ ਅੰਦਰ ਹੰਕਾਰ ਪੈਦਾ ਕਰਦੀ।
ਸ਼ਬਦ ਰਵੇ ਮਨ ਹਰਿ ਸਿਉ ਲਾਗਿਆ। ਰਵੇ ਹੁੰਦਾ ਜਪਣਾ। ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਮਨ ਹਰਿ ਸਿਉ ਲੱਗ ਗਿਆ। ਮਨ ਹਰੀ ਨਾਲ ਜੁੜ ਜਾਂਦਾ, ਮਨ ਪਰਮਾਤਮਾ ਨਾਲ ਜੁੜ ਜਾਂਦਾ ਜਿਉਂ ਜਿਉਂ ਇਹ ਸ਼ਬਦ ਦਾ ਜਾਪ ਕਰਦਾ ਰਹਿੰਦਾ। ਕਿਉਂਕਿ ਸ਼ੁਰੂ 'ਚ ਜੀ ਨਹੀਂ ਕਰਿਆ ਕਰਦਾ। ਕਈ ਕੰਮ ਮੈਂ ਦੇਖੇ ਨੇ ਮਨੁੱਖ ਦਾ ਜੀ ਨਹੀਂ ਕਰਦਾ, ਪਰ ਹੁੰਦੇ ਉਹ ਲਾਭਦਾਇਕ ਨੇ। ਫਿਰ ਮਨ ਨੂੰ ਸਮਝਾਉਣਾ ਪੈਂਦਾ ਕਿ ਇਸ ਕੰਮ ਦਾ ਤੈਨੂੰ ਆਹ ਲਾਭ ਹੋਵੇਗਾ, ਤੂੰ ਇਹ ਕੰਮ ਕਰ। ਮਨ ਲੱਗਦਾ ਨਹੀਂ ਲੱਗਦਾ। ਹੁਣ ਜਦ ਤੁਸੀਂ ਸਿਮਰਨ ਕਰਦੇ ਹੋ, ਬਾਣੀ ਪੜ੍ਹਦੇ ਹੋ, ਪਹਿਲਾਂ ਮਨ ਲੱਗਦਾ ਹੀ ਨਹੀਂ ਹੈ। ਮਨ ਗੇੜੇ ਜੇ ਲਾਈ ਜਾਂਦਾ ਹੈ। ਉਹਨੇ ਤਾਂ ਲਾਉਣੇ ਹੀ ਲਾਉਣੇ ਨੂੰ, ਤਾਂ ਆਦਤ ਉਹਦੀ। ਉਹਨੂੰ ਤਾਂ ਜਨਮਾਂ ਦੀ ਅਵਾਰਾਗਰਦੀ ਕਰਨ ਦੀ ਆਦਤ ਪੈ ਗਈ ਹੈ। ਜੋ ਅਵਾਰਾਗਰਦ ਬੰਦਾ ਹੁੰਦਾ ਉਹਨੂੰ ਕਿਸੇ ਪਾਸੇ ਲਾਉਣਾ ਬੜਾ ਔਖਾ ਹੁੰਦਾ ਹੈ। ਮਨ ਅਵਾਰਾਗਰਦ ਹੈ, ਇਹਨੂੰ ਅਵਾਰਾਗਰਦੀ ਦੀ ਆਦਤ ਪੈ ਗਈ ਹੈ। ਇਹ ਟਿਕਦਾ ਨਹੀਂ ਹੈ। ਮਨ ਲੱਗੇ ਨਾ ਲੱਗੇ, ਅਸੀਂ ਆਪਣੀ ਡਿਊਟੀ ਦੇਣੀ ਹੈ। ਮਨ ਸਾਡੇ ਵੱਸ 'ਚ ਹੀ ਨਹੀਂ। ਜੋ ਚੀਜ਼ ਸਾਡੇ ਵੱਸ 'ਚ ਹੀ ਨਹੀਂ ਉਹਦੇ ਬਾਰੇ ਚਿੰਤਾ ਕਰਨੀ ਫਜ਼ੂਲ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਮਹਾਰਾਜ ਦੀ ਜਾਂ ਪਰਮਾਤਮਾ ਦੀ ਕਿਰਪਾ ਹੋ ਜੇ ਤਾਂ ਮਨ ਵੱਸ 'ਚ ਆਉਂਦਾ। ਸਾਡੇ ਤਾਂ ਵੱਸ ਹੀ ਨਹੀਂ। ਜਿਹੜੀ ਚੀਜ਼ ਸਾਡੇ ਵੱਸ 'ਚ ਹੀ ਨਹੀਂ ਉਹਦੇ ਬਾਰੇ ਸੋਚੀ ਜਾਣਾ ਫਜ਼ੂਲ ਹੈ। ਅਸੀਂ ਆਪਣੀ ਡਿਊਟੀ ਦੇਣੀ ਹੈ। ਸਾਨੂੰ ਗੁਰੂ ਬਣ ਕੇ ਨਾਮ ਜਪੋ, ਬਾਣੀ ਪੜ੍ਹੋ। ਬਸ ਅਸੀਂ ਬਾਣੀ ਪੜ੍ਹਨੀ, ਨਾਮ ਜਪਣਾ, ਮਨ ਲੱਗੇ ਨਾ ਲੱਗੇ, ਇਹ ਤਾਂ ਗੁਰੂ ਮਹਾਰਾਜ ਨੇ ਕਿਰਪਾ ਕਰਨੀ। ਜਦੋਂ ਆਪਾਂ ਲੱਗੇ ਰਹਾਂਗੇ, ਹੌਲੀ ਹੌਲੀ ਮਨ ਵੀ ਟਿਕਣਾ ਸ਼ੁਰੂ ਹੋ ਜਾਏਗਾ। ਇਹ ਵੀ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਏਗਾ। ਸ਼ਬਦ ਰਵੇ ਮਨ ਹਰਿ ਸਿਉ ਲੱਗ ਗਿਆ। ਕਹਿੰਦਾ ਜਦੋਂ ਸ਼ਬਦ ਰਾਹੀਂ ਇਹ ਨਾਮ ਜਪਦਾ ਨਾ, ਗੁਰੂ ਦੇ ਉਪਦੇਸ਼ ਰਾਹੀਂ, ਫਿਰ ਇਹਦਾ ਮਨ ਹਰੀ ਨਾਲ ਜੁੜ ਜਾਂਦਾ ਹੈ। ਰਸ ਸੰਗ੍ਰਹਿ ਬਿਖ ਪਰ ਹਰਿ ਤਿਆਗਿਆ। ਜਦੋਂ ਹੁਣ ਪਰਮਾਤਮਾ ਦੇ ਨਾਲ ਮਨ ਜੁੜਦਾ ਹੈ, ਇਹ ਨਾਮ ਰਸ ਨੂੰ ਇਕੱਠਿਆਂ ਕਰਦਾ, ਸੰਗ੍ਰਹਿ ਇਕੱਠਿਆਂ ਕਰਦਾ ਹੈ। ਬਿਖ ਪਰ ਹਰਿ ਤਿਆਗਿਆ, ਅਤੇ ਮਾਇਆ ਰੂਪੀ ਜ਼ਹਿਰ ਨੂੰ ਛੱਡ ਦਿੰਦਾ। ਪਰ ਹਰਿ ਹੁੰਦਾ ਤਿਆਗ ਦੇਣਾ, ਛੱਡ ਦੇਣਾ। ਇਹ ਨਾਮ ਰਸ ਨੂੰ ਇਕੱਠਿਆਂ ਕਰਦਾ ਅਤੇ ਮਾਇਆ ਨੂੰ ਤਿਆਗਦਾ ਜਾਂਦਾ ਹੈ। ਮਾਇਆ ਬਿਖ ਕਦੋਂ ਹੈ, ਮਾਇਆ ਜ਼ਹਿਰ ਕਦੋਂ ਹੈ? ਜਦੋਂ ਇਹ ਹਰਾਮ ਦੀ ਹੁੰਦੀ ਹੈ। ਦਸਾਂ ਨੌਂ ਦੀ ਕਿਰਤ ਜਿਹੜੀ ਹੈ ਮਾਇਆ, ਉਹ ਬਿਖ ਨਹੀਂ ਹੁੰਦੀ, ਉਹ ਤਾਂ ਅੰਮ੍ਰਿਤ ਹੁੰਦੀ ਹੈ। ਇਹੀ ਮਾਇਆ ਜ਼ਹਿਰ ਉਦੋਂ ਬਣਦੀ ਹੈ ਜਦੋਂ ਸਾਡੇ ਕੋਲ ਹਰਾਮ ਦੀ ਮਾਇਆ ਹੁੰਦੀ। ਰਿਸ਼ਵਤ ਲੈ ਲਈ, ਹਰਾਮ ਦੀ ਹੈ। ਕਿਸੇ ਹੇਰਾ ਫੇਰੀ ਕਰ ਲਈ, ਕਿਸੇ ਲੁੱਟ ਲਿਆ, ਕੋਈ ਚੋਰੀ ਕਰ ਲਈ, ਕੋਈ ਡਾਕਾ ਮਾਰ ਲਿਆ, ਕੋਈ ਠੱਗੀ ਕਰ ਲਈ, ਮਿਲਾਵਟ ਕਰ ਲਈ, ਧੋਖਾਧੜੀ ਕਰ ਲਈ, ਇਹ ਮਾਇਆ ਜ਼ਹਿਰ ਹੋ ਜਾਂਦੀ ਹੈ। ਜਿਵੇਂ ਜ਼ਹਿਰ ਖਾ ਕੇ ਬੰਦੇ ਦਾ ਨੁਕਸਾਨ ਹੋ ਜਾਂਦਾ ਹੈ, ਇਸ ਤਰ੍ਹਾਂ ਹਰਾਮ ਦੀ ਮਾਇਆ ਜਦੋਂ ਅਸੀਂ ਘਰ 'ਚ ਵਰਤਦੇ ਹਾਂ, ਸਾਡਾ ਨੁਕਸਾਨ ਹੋ ਜਾਂਦਾ। ਘਰ ਦਾ ਕੋਈ ਨਾ ਕੋਈ ਜੀਅ ਵਿਗੜ ਜਾਂਦਾ ਹੈ। ਇੱਕ ਵੀ ਜੀਅ ਵਿਗੜ ਜਾਏ, ਸਾਰੇ ਘਰ ਦਾ ਕੰਮ ਅਪਸੈਟ ਹੋ ਜਾਂਦਾ ਹੈ, ਅਸ਼ਾਂਤੀ ਘਰ 'ਚ ਹੋ ਜਾਂਦੀ ਹੈ। ਇਸ ਲਈ ਦਸਾਂ ਨੌਂ ਦੀ ਕਿਰਤ ਕਰਨੀ ਹੈ। ਸੋ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਇਸ ਮਾਇਆ ਨੂੰ ਜੋ ਬਿਖ ਹੈ, ਜੋ ਜ਼ਹਿਰ ਦੀ ਨਿਆਈ ਹੈ, ਉਹਨੂੰ ਰੋਕ ਕੇ ਰੱਖਦਾ ਪਰਮਾਤਮਾ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰਿ ਸਿਉ ਲਾਗਿਆ। ਰਸ ਸੰਗ੍ਰਹਿ ਬਿਖ ਪਰ ਹਰਿ ਤਿਆਗਿਆ। ਇਹ ਨਾਮ ਰਸ ਨੂੰ ਇਕੱਠਿਆਂ ਕਰਦਾ, ਸੰਗ੍ਰਹਿ ਇਕੱਠਿਆਂ ਕਰਦਾ। ਇਹ ਨਾਮ ਰਸ ਨੂੰ ਇਕੱਠਿਆਂ ਕਰਦਾ ਹੈ। ਬਿਖ ਪਰ ਹਰਿ ਤਿਆਗਿਆ, ਅਤੇ ਹਰਾਮ ਦੀ ਕਮਾਈ ਨੂੰ ਤਿਆਗ ਦਿੰਦਾ। ਭਾਏ ਬਸੇ ਜਮ ਕਾ ਭਉ ਭਾਗਿਆ। ਭਾਏ ਹੁੰਦਾ ਪਿਆਰ ਵਿੱਚ। ਜਦੋਂ ਪਰਮਾਤਮਾ ਦੇ ਪਿਆਰ 'ਚ ਮਨੁੱਖ ਵਸਦਾ ਹੈ ਨਾ, ਜਮ ਕਾ ਭਉ ਭਾਗਿਆ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਜਦੋਂ ਅਸੀਂ ਰੱਬ ਨੂੰ ਪਿਆਰ ਕਰਦੇ ਰਹਾਂਗੇ, ਸਾਡਾ ਜਮਾਂ ਦਾ ਡਰ ਹੀ ਖਤਮ ਹੋ ਜਾਏਗਾ। ਕਿਉਂਕਿ ਜਿਹੜਾ ਸਾਡਾ ਪਿਆਰਾ ਹੈ, ਉਹ ਸਭ ਤੋਂ ਵੱਧ ਤਾਕਤਵਰ ਹੈ। ਉਹਦੇ ਅੱਗੇ ਜਮਾਂ ਦੀ ਕੋਈ ਪੇਸ਼ ਨਹੀਂ ਜਾਂਦੀ।
ਅਤੇ ਬਾਣੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਹੇ ਜਮਦੂਤੋ, ਤੁਸੀਂ ਉਸਦੇ ਕੋਲ ਹੀ ਨਹੀਂ ਜਾਣਾ, ਨਿਬੜਿਆ ਕੰਮ। ਇਸ ਲਈ ਭਾਏ, ਪਿਆਰ ਨੂੰ ਕਹਿੰਦੇ ਭਾਏ ਬਸੇ। ਜੋ ਪਿਆਰ ਨਾਲ ਰਹਿੰਦਾ ਹੈ, ਜਮ ਕਾ ਭਉ ਭਾਗਿਆ, ਜਮ ਦਾ ਡਰ ਖਤਮ ਹੋ ਜਾਂਦਾ। ਸਾਧ ਰਹੇ ਬਾਦੰਗ ਅਹੰਕਾਰ। ਫਿਰ ਜਦ ਮਨੁੱਖ ਨਾਮ ਜਪਦਾ ਹੈ, ਇਹ ਜਿਹੜੇ ਜੀਵ ਦੇ ਸਵਾਦ ਨੇ ਇਹ ਸਾਰੇ ਖਤਮ ਹੋ ਜਾਂਦੇ ਨੇ, ਇੰਦਰੀਆਂ ਦੇ ਸਵਾਦ ਖਤਮ ਹੋ ਜਾਂਦੇ ਨੇ। ਬਾਦੰਗ ਅਹੰਕਾਰ, ਜਿਹੜਾ ਹੰਕਾਰ ਹੈ ਅੰਦਰ, ਜਿਹੜਾ ਅੰਦਰ ਵਾਦ ਵਿਵਾਦ ਚੱਲ ਰਿਹਾ ਹੈ, ਉਹ ਵੀ ਖਤਮ ਹੋ ਜਾਂਦੇ ਨੇ। ਚਿੱਤ ਹਰਿ ਸਿਉ ਰਾਤਾ ਹੁਕਮ ਅਪਾਰ। ਪਰਮਾਤਮਾ ਦੇ ਹੁਕਮ 'ਚ ਚੱਲ ਕੇ ਜਿਹੜਾ ਸਾਡਾ ਚਿੱਤ ਹੈ, ਜਿਹੜਾ ਸਾਡਾ ਮਨ ਹੈ, ਹਰਿ ਸਿਉ ਰਾਤਾ, ਹਰੀ ਨਾਲ ਰੰਗਿਆ ਜਾਂਦਾ। ਇਹ ਹਰੀ ਦੇ ਪਿਆਰ 'ਚ ਰੰਗਿਆ ਜਾਂਦਾ, ਕਿਉਂਕਿ ਅਸੀਂ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਅਤੇ ਉਹਦਾ ਹੁਕਮ ਹੈ ਭਾਈ ਨਾਮ ਜਪੋ। ਨਾਨਕ ਏਕੋ ਹੁਕਮ ਹੈ, ਗੁਰਮੁਖ ਦੀਆ ਬੁਝਾਏ ਜੀਓ। ਇੱਕੋ ਹੁਕਮ ਹੈ ਕਿ ਪਰਮਾਤਮਾ ਦਾ ਨਾਮ ਜਪਣਾ। ਨਾਨਕ ਲੇਖੇ ਇੱਕ ਗੱਲ, ਉੱਥੇ ਇੱਕੋ ਗੱਲ ਲੇਖੇ 'ਚ ਨਾਮ ਜਪਿਆ। ਉੱਥੇ ਪੁੱਛਦੇ ਹੀ ਇਹ ਨੇ, ਧਰਮਰਾਜ ਇੱਕੋ ਹੀ ਗੱਲ ਪੁੱਛਦੇ, ਨਾਮ ਜਪਿਆ? ਇਹ ਜਪਿਆ ਹੁੰਦਾ ਨਹੀਂ ਨੇ, ਫਿਰ ਬਹਾਨੇ ਬਣਾਉਂਦਾ, ਖੁਰਕਦਾ ਸਿਰ। ਜਦੋਂ ਅਸੀਂ ਝੂਠ ਬੋਲਦੇ ਨਾ, ਸਾਡਾ ਹੱਥ ਆਪਣੇ ਆਪ ਸਿਰ 'ਤੇ ਚਲੇ ਜਾਂਦਾ। ਕਦੇ ਤਾਂ ਨੋਟ ਕਰੋ, ਉਹ ਤੋਂ ਅੰਦਾਜ਼ਾ ਵੀ ਇਹ ਹੁਣ ਝੂਠ ਬੋਲੂਗਾ, ਉਹ ਸਿਰ ਖੁਰਕਦਾ, ਸੋਚਦਾ ਵੀ ਕੀ ਬੋਲਾਂ। ਸੱਚ ਵੇਲੇ ਸੋਚਣ ਦੀ ਲੋੜ ਨਹੀਂ ਪੈਂਦੀ, ਸੱਚ ਵੇਲੇ ਬਿਆਨਾਂ ਰੱਟਾ ਨਹੀਂ ਲਾਉਣਾ ਪੈਂਦਾ। ਆ ਵਕੀਲ ਜਿਹੜਾ ਝੂਠ ਬੁਲਵਾਉਣਾ ਹੁੰਦਾ, ਇਸੇ ਰੱਟਾ ਲਵਾਉਂਦੇ ਰਹਿੰਦੇ, ਤੂੰ ਐਂ ਕਹੀਂ, ਜਿੱਤਣਾ ਪਈ ਤੂੰ ਐਂ ਕਹੀਂ। ਜੇ ਸੱਚ ਹੀ ਬੋਲਣਾ ਫਿਰ ਕੀ ਰੌਲਾ ਰੱਟੇ ਦਾ। ਜੱਜ ਮੈਨੂੰ ਕਹਿੰਦਾ ਜੀ ਤੁਸੀਂ ਕਤਲ ਕੀਤਾ, ਮੈਂ ਕਿਹਾ ਹਾਂ ਜੀ ਕੀਤਾ। ਹੋਰ ਪੁੱਛੇ ਕਿਉਂ ਕੀਤਾ, ਮੈਂ ਜੀ ਇਸ ਕਾਰਨ ਕੀਤਾ। ਕੁਝ ਵੀ ਨਹੀਂ ਝੂਠ ਬੋਲਣ ਦੀ ਲੋੜ। ਨਾ ਜੀ ਮੈਂ ਤਾਂ ਕੀਤਾ ਨਹੀਂ ਜੀ, ਨਾ ਜੀ ਮੈਂ ਤਾਂ ਕੀਤਾ। ਵਕੀਲ ਕਹਿਣਗੇ ਚਲੋ ਤੂੰ ਪੁਲਿਸ ਅੱਗੇ ਮੰਨ ਜੀ, ਜੱਜ ਅੱਗੇ ਜਾ ਕੇ ਮੁੱਕਰ ਜੀ। ਦੇਖੋ, ਇੱਕ ਬੰਦੇ ਨੇ ਚੋਰੀ ਕੀਤੀ, 40 ਤੋਲੇ ਸੋਨਾ ਚੱਕ ਲਿਆ। ਉਹ ਮੰਨ ਰਿਹਾ ਮੈਂ ਚੱਕਿਆ, ਪਰ ਮੈਨੂੰ ਯਾਦ ਨਹੀਂ ਵੀ ਮੈਂ ਕਿੱਥੇ ਰੱਖਿਆ ਹੈ। ਵਕੀਲ ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਇਹ ਤਾਂ ਪੁਲਿਸ ਅੱਗੇ ਕਹਿਣਾ। ਜੱਜ ਅੱਗੇ ਮੁੱਕਰ ਜੀ, ਨਾ ਜੀ ਮੈਂ ਤਾਂ ਚੱਕਿਆ ਨਹੀਂ ਹੈ। ਦੱਸੋ, ਇਹ ਨਰਕਾਂ ਨੂੰ ਜਾਣਗੇ ਵਕੀਲ ਜਿਹੜੇ ਝੂਠ ਬੁਲਵਾਉਂਦੇ ਨੇ। ਇੱਕ ਬੰਦੇ ਦਾ ਸੋਨਾ ਚੱਕਿਆ ਗਿਆ ਅਤੇ ਜਿਹੜੇ ਚੱਕਿਆ ਉਹਨੂੰ ਵਕੀਲ ਕਹਿ ਰਿਹਾ ਤੂੰ ਜੱਜ ਅੱਗੇ ਜਾ ਕੇ ਝੂਠ ਬੋਲਦੀ, ਨਾ ਜੀ ਮੈਂ ਤਾਂ ਨਹੀਂ ਚੱਕਿਆ, ਇਹ ਝੂਠ ਐਵੇਂ ਕਹਿੰਦੇ। ਮੈਂ ਇਹ ਰੱਟਾ ਲਵਾਉਣਗੇ, ਨਹੀਂ ਚੱਕਿਆ ਤਾਂ ਨਹੀਂ ਚੱਕਿਆ, ਬਸ ਉਹ 'ਚ ਰੱਟਾ ਲਾਉਣ ਵਾਲੀ ਕਿਹੜੀ ਗੱਲ ਹੈ। ਝੂਠ ਨੂੰ ਰੱਟਾ ਲਵਾਇਆ ਜਾਂਦਾ ਹੈ। ਉਹ ਕਦੇ ਨਾ ਕਦੇ ਝੂਠ ਦੇ ਵਿੱਚ ਬੰਦਾ ਜਦੋਂ ਕ੍ਰਾਸ ਕੁਐਸਚਨ ਹੁੰਦੇ ਨੇ ਉਹਦੇ ਫਸ ਜਾਂਦਾ। ਅਤੇ ਕਈ ਵਾਰੀ ਆਉਂਦਾ ਫਲਾਣੇ ਲੀਡਰ ਤੋਂ ਜਾਂ ਫਲਾਣੇ ਅਫਸਰ ਤੋਂ ਇਨਕੁਆਇਰੀ ਹੋਈ, 100 ਪ੍ਰਸ਼ਨ ਉਹਦੇ ਤੋਂ ਪੁੱਛਿਆ ਗਿਆ, ਉਹਨੂੰ ਉਲਝਾ ਲੈਂਦੇ ਨੇ ਬਈ ਜੇ ਝੂਠਾ ਹੋਊਗਾ ਤਾਂ ਕਿਤੇ ਨਾ ਕਿਤੇ ਫਸ ਜਾਏਗਾ, ਕਿਤੇ ਨਾ ਕਿਤੇ ਫਸ ਜਾਏਗਾ। ਅਤੇ ਜੇ ਉਹ ਸੱਚਾ ਤਾਂ ਉਹਨੇ ਤਾਂ ਕਹੀ ਜਾਣਾ ਇਸ ਤਰ੍ਹਾਂ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਦੋਂ ਚਿੱਤ ਹਰਿ ਸਿਉ ਰਾਤਾ ਹੁਕਮ ਅਪਾਰ। ਅਪਾਰਾ ਮੈਨੇ ਬੇਅੰਤ ਪਰਮਾਤਮਾ ਦੇ ਹੁਕਮ ਨਾਲ ਜਦੋਂ ਚਿੱਤ ਹਰੀ ਦੇ ਨਾਲ ਰੰਗਿਆ ਗਿਆ, ਪਿਆਰ 'ਚ ਰੰਗਿਆ ਗਿਆ, ਜਾਤ ਰਹੇ ਪਤ ਕੇ ਆਚਾਰ। ਹੁਣ ਇੱਜ਼ਤ ਲਈ ਬੰਦਾ ਕੰਮ ਕਰਦਾ, ਧਾਰਮਿਕ ਕਰਮ ਕਈ ਵਾਰੀ ਇੱਜ਼ਤ ਲਈ ਕੀਤੇ ਜਾਂਦੇ ਨੇ। ਹੁਣ ਉਹਦਾ ਆਤਮਾ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿ ਇਸ ਲਈ ਕਹਿ ਲੈ ਮੈਂ ਕੋਈ ਘੱਟ, ਮੈਂ ਨਹੀਂ ਪਾਠ ਕਰਾ ਸਕਦਾ, ਮੈਂ ਨਹੀਂ ਇਹ ਕਰ ਸਕਦਾ। ਕਈ ਵਾਰੀ ਇੱਜ਼ਤ ਲਈ ਧਾਰਮਿਕ ਕਰਮ ਕੀਤੇ ਜਾਂਦੇ ਨੇ, ਕਹਿੰਦੇ ਉਹ ਖਤਮ ਹੋ ਜਾਂਦੇ ਨੇ। ਜਾਤ ਰਹੇ ਉਹ ਖਤਮ ਹੋ ਜਾਂਦੇ। ਹੁਣ ਇਹ ਇੱਜ਼ਤ ਲਈ ਧਾਰਮਿਕ ਕਰਮ ਨਹੀਂ ਕਰਦਾ, ਇਹ ਨਾਮ ਜਪਦਾ ਰਹਿੰਦਾ, ਵੈਸੇ ਇੱਜ਼ਤ ਹੋ ਜਾਣੀ ਹੈ। ਨਾਮ ਜਪਣ ਵਾਲੇ ਦੀ ਸਮਾਂ ਪਾ ਕੇ ਵੈਸੇ ਹੀ ਇੱਜ਼ਤ ਹੋ ਜਾਂਦੀ ਹੈ। ਉਹਨੂੰ ਕੋਈ ਵਿਸ਼ੇਸ਼ ਉਚੇਚ ਨਹੀਂ ਕਰਨਾ ਪੈਂਦਾ, ਲੋਕ ਮੇਰਾ ਆਦਰ ਮਾਣ ਕਰਨ। ਨਾਮ ਨੇ ਆਦਰ ਮਾਣ ਕਰਾ ਹੀ ਦੇਣਾ ਹੈ। ਜਿੰਨਾ ਜ਼ਿਆਦਾ ਨਾਮ ਧਨ, ਓਨਾ ਹੀ ਤੁਹਾਡਾ ਜ਼ਿਆਦਾ ਆਦਰ ਮਾਣ।
ਜਿਵੇਂ ਜਿੰਨਾ ਤੁਸੀਂ ਜ਼ਿਆਦਾ ਅਮੀਰ ਉਨਾ ਹੀ ਬੱਲੇ ਬੱਲੇ ਤੁਹਾਡੀ। ਗਰੀਬ ਨੂੰ ਕੋਈ ਬੁਲਾਉਂਦਾ ਨਹੀਂ, ਤੇ ਅਮੀਰ ਉਹਨੂੰ ਜਿਹੜਾ ਗੇੜਾ ਲਾ ਕੇ ਬੁਲਾਉਂਦੇ ਨੇ। ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਮਾਂ ਨੇ ਨਾਮ ਰੱਖਿਆ ਪਰਸਰਾਮ, ਪਰ ਹੈ ਸੀ ਗਰੀਬ ਵਿਚਾਰਾ। ਜਦੋਂ ਕੋਈ ਬੁਲਾਉਂਦਾ, ਉਹ ਪਰਸੂ ਕਿੱਥੇ ਚੱਲਿਆ, ਕਿੱਥੇ ਹੈ? ਉਹ ਪਰਸੂ ਘਰ ਹੈ। ਫਿਰ ਉਹ ਕੁਛ ਅਵੀਰ ਹੋ ਗਿਆ, ਆ ਬਈ ਪਰਸਿਆ, ਕੀ ਹਾਲ ਚਾਲ ਹੈ? ਜਦੋਂ ਬਹੁਤ ਅਮੀਰ ਹੋ ਗਿਆ, ਚੁਬਾਰਾ ਪਾ ਲਿਆ, ਉੱਪਰ ਚੁਬਾਰੇ ਬੈਠ, ਪਰਸਰਾਮ ਜੀ ਘਰ ਹੋ। ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਜਿਉਂ ਜਿਉਂ ਸਾਡੇ ਕੋਲ ਸੰਸਾਰਕ ਧਨ ਹੁੰਦਾ ਤਾਂ ਵੀ ਸਾਡਾ ਆਦਰ ਮਾਣ ਹੁੰਦਾ, ਅਤੇ ਜਿਉਂ ਜਿਉਂ ਨਾਮ ਧਨ ਹੁੰਦਾ ਤਾਂ ਵੀ ਆਦਰ ਮਾਣ ਹੁੰਦਾ। ਇਹ ਦੋਨੋਂ ਧਾਣੀ ਬੰਦੇ ਦਾ ਆਦਰ ਮਾਣ ਕਰਾਉਂਦੇ ਨੇ। ਗਰੀਬ ਵਿਚਾਰੇ ਤਾਂ ਕੋਈ ਪੁੱਛਦਾ ਹੀ ਨਹੀਂ ਹੈ। ਗਰੀਬ ਦੀ ਤਾਂ ਕੋਈ ਪੁੱਛ ਹੀ ਨਹੀਂ ਹੈਗੀ। ਤਿੰਨ ਬੰਦਿਆਂ ਦੀ ਹੀ ਸਮਾਜ ਪੁੱਛ ਰਹਿ ਗਈ ਹੈ, ਇੱਕ ਪੋਲੀਟੀਕਲ ਬੰਦੇ ਦੀ, ਇੱਕ ਧਾਰਮਿਕ ਬੰਦੇ ਦੀ, ਅਤੇ ਇੱਕ ਅਮੀਰ ਬੰਦੇ ਦੀ। ਚੌਥਾ ਤਾਂ ਕੋਈ ਪੁੱਛਦੇ ਨਹੀਂ ਕਿਸੇ ਨੂੰ। ਇਹਨਾਂ ਤਿੰਨਾਂ ਦੀ ਪੁੱਛ ਬਸ। ਦੂਜਿਆਂ ਨੂੰ ਇਹਨਾਂ ਤਿੰਨਾਂ ਦੇ ਨਾਲ ਜੁੜਨਾ ਪੈਂਦਾ ਆਪਣਾ ਕੰਮ ਕਰਾਉਣ ਲਈ। ਕੋਈ ਧਾਰਮਿਕ ਬੰਦੇ ਨਾਲ ਜੁੜ ਜਾਂਦਾ ਹੈ, ਕੋਈ ਵੀਰ ਨਾਲ ਜੁੜ ਜਾਂਦਾ ਹੈ, ਕੋਈ ਪੋਲੀਟੀਕਲ ਬੰਦੇ ਨਾਲ ਜੁੜ ਜਾਂਦਾ ਹੈ, ਵੀ ਇਹਨਾਂ ਰਾਹੀਂ ਸਾਡਾ ਕੰਮ ਹੋ ਜਾਏਗਾ। ਇਹਨਾਂ ਤਿੰਨਾਂ ਦੀ ਪੁੱਛ। ਇਸ ਲਈ ਗੁਰੂ ਮਹਾਰਾਜ ਬੜੀ ਦੂਰ ਦੀ ਸੋਚੀ ਵੀ ਮੇਰੇ ਸਿੱਖ ਨੂੰ ਸੰਸਾਰਕ ਧਨ ਵੀ ਚਾਹੀਦਾ, ਨਾਮ ਧਨ ਵੀ ਚਾਹੀਦਾ, ਦੋਨੋਂ ਧਨ ਚਾਹੀਦੇ। ਵੀ ਨਹੀਂ ਤਾਂ ਜ਼ਿੰਦਗੀ ਬੈਲੈਂਸ ਨਹੀਂ ਹੋਏਗੀ, ਇੰਬੈਲੈਂਸ ਹੋ ਜਾਏਗੀ ਇੱਕ ਪ੍ਰਕਾਰ ਦੇ ਧਨ ਨਾਲ। ਦੋਨੋਂ ਚਾਹੀਦੇ। ਇਸ ਲਈ ਕਿ ਭਾਈ ਕਿਰਤ ਕਰੋ, ਵੀ ਜੇ ਤੁਸੀਂ ਕੰਮ ਕਰੋਗੇ ਤਾਂ ਹੀ ਤੁਹਾਨੂੰ ਪੈਸਾ ਹੋਵੇਗਾ। ਕਿਰਤ ਕਰੋ, ਤੁਹਾਡੇ ਕੋਲ ਪੈਸਾ ਹੋਏਗਾ। ਪੈਸਾ ਹੋਏਗਾ, ਤੁਹਾਡੇ ਕੋਲ ਸੰਸਾਰਕ ਧਨ ਹੋਏਗਾ। ਨਾਮ ਜਪੋ, ਤੁਹਾਡੀ ਆਤਮਾ ਦੇ ਕੰਮ ਆਵੇਗਾ, ਇਹ ਤੁਹਾਡੇ ਕੋਲ ਨਾਮ ਧਨ ਹੋਏਗਾ। ਦੋਨੋਂ ਕੰਮ ਸਾਨੂੰ ਕਿਹਾ, ਕਿਰਤ ਕਰੋ, ਨਾਮ ਜਪੋ। ਬੜੀ ਦੂਰ ਦੀ ਸੋਚ ਹੈ। ਨਹੀਂ ਤਾਂ ਬਹੁਤੇ ਦੇਸ਼ਾਂ ਦੀ ਸੋਚ ਹੈ ਕਿਰਤ ਕਰੋ ਬਸ, ਨਾਮ ਜਪੋ ਨਹੀਂ ਹੈਗੇ। ਇਸ ਲਈ ਉਹਨਾਂ ਲੋਕਾਂ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਲੋਕ ਦੁਖੀ ਨੇ। ਆ ਯੂਰਪ ਦੇ ਜਿੰਨੇ ਦੁਖੀ ਨੇ, ਇਹਨੇ ਤੁਸੀਂ ਕੁਛ ਵੀ ਨਹੀਂ ਉਹਨਾਂ ਦੇ ਮੁਕਾਬਲੇ 'ਤੇ। ਇੰਨੇ ਉਹ ਲੋਕ ਦੁਖੀ ਨੇ। ਉਹ ਇੱਕ ਦੂਜੇ ਵੱਲ ਵੇਖ ਕੇ ਸੜੀ ਜਾਂਦੇ ਨੇ, ਇੱਕ ਦੂਜੇ ਵੱਲ ਵੇਖ ਕੇ ਸੜੀ। ਹਾਏ ਹੋਏ, ਇਹਦੀ ਕਾਰ ਮੇਰੇ ਤੋਂ ਵੱਡੀ ਹੈ। ਸਾਡੇ ਨਹੀਂ ਮਨ 'ਚ ਕੋਈ ਆਉਂਦਾ। ਇੱਕ ਸਾਈਕਲ 'ਤੇ ਜਾ ਰਿਹਾ, ਉਹਦੇ ਕੋਲ ਕਾਰ ਲੰਘ ਗਈ ਹੈ, ਉਹਦੇ ਮਨ 'ਚ ਹਾਏ ਮੇਰੇ ਕੋਲ ਕਾਰ ਹੋਵੇ ਨਾ। ਕਾਰ ਕੋਲ ਹੈ ਅਤੇ ਦੂਜੀ ਵੱਡੀ ਕੋਲੋਂ ਲੰਘ ਗਈ ਹੈ, ਫਿਰ ਸ਼ਾਇਦ ਮਨ 'ਚ ਆਏ ਹਾਏ ਮੇਰੇ ਕੋਲ ਵੀ ਇਹੋ ਜਿਹੀ ਹੁੰਦੀ। ਉਹ ਸਿਰਫ ਇਸੇ ਲਈ ਦੁਖੀ ਨੇ ਕਿ ਦੂਜਾ ਮੇਰੇ ਤੋਂ ਵੱਧ ਅਮੀਰ ਕਿਉਂ ਹੈ। ਕਿਉਂ? ਨਾਮ ਜਪਿਆ ਨਹੀਂ, ਅੰਦਰ ਸਬਰ ਸੰਤੋਖ ਹੁੰਦਾ ਨਹੀਂ ਹੈ। ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਬੰਦਾ ਦੁਖੀ ਰਹਿੰਦਾ, ਕਿਉਂਕਿ ਇਹਦੇ ਕੋਲ ਨਾਮ ਧਨ ਹੈ। ਦ੍ਰਿਸ਼ਟ ਭਈ ਸੁਖ ਆਤਮ ਧਰ। ਜਦੋਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਇਹ ਮਨ ਨੂੰ ਸੁਖ ਮਿਲਦਾ, ਆਤਮਾ ਨੂੰ ਸੁਖ ਮਿਲਦਾ। ਤੁਝ ਬਿਨ ਕੋਇ ਨਾ ਦੇਖੋ ਮੀਤ, ਕਿਸ ਸੇਵੋਂ ਕਿਸ ਦੇਵੋਂ ਚੀਤ। ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਤਾਂ ਕੋਈ ਮੈਨੂੰ ਮਿੱਤਰ ਹੀ ਨਹੀਂ ਦਿਸਦਾ। ਤੇਰੇ ਤੋਂ ਬਿਨਾਂ ਤਾਂ ਮੈਨੂੰ ਮਿੱਤਰ ਹੀ ਨਹੀਂ ਦਿਸਦਾ, ਕਿਉਂਕਿ ਮਿੱਤਰ ਤਾਂ ਉਹ ਹੈ, ਇਹ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਅਸਲ ਮਿੱਤਰ ਤਾਂ ਉਹ ਹੈ ਜਿਹੜਾ ਲੋੜ ਵੇਲੇ ਕੰਮ ਆਵੇ, ਅਤੇ ਲੋੜ ਵੇਲੇ ਬਹੁਤ ਸਾਰੀ ਦੁਨੀਆ ਭੱਜ ਪੁੱਜ ਜਾਂਦੀ ਹੈ। ਫਿਰ ਧਰਮ ਦੇ ਵਿੱਚ ਮਿੱਤਰ ਉਹ ਹੈ ਜਿਹੜਾ ਮਰਨ ਤੋਂ ਬਾਅਦ ਵੀ ਨਾਲ ਜਾਵੇ, ਉਹ ਅਸਲ ਮਿੱਤਰ। ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਨਾਂ ਚਿਰ ਮਿੱਤਰ ਹੈ, ਇਹਨੂੰ ਧਰਮ ਅਸਲੀ ਮਿੱਤਰ ਨਹੀਂ ਕਹਿੰਦਾ। ਤਾਂ ਕਹਿੰਦੇ ਨੇ ਤੁਝ ਬਿਨ ਕੋਇ ਨਾ ਦੇਖੋ ਮੀਤ। ਹੈ ਪਰਮਾਤਮਾ, ਤੇਰੇ ਤੋਂ ਬਿਨਾਂ ਕਿਸੇ ਨੂੰ ਮੈਂ ਮਿੱਤਰ ਹੀ ਨਹੀਂ ਸਮਝ ਰਿਹਾ। ਮੈਨੂੰ ਤੇਰੇ ਤੋਂ ਬਿਨਾਂ ਕੋਈ ਮਿੱਤਰ ਹੀ ਨਹੀਂ ਦਿਸਦਾ। ਕਿਸ ਦੇਵੋਂ ਕਿਸ ਸੇਵੋਂ ਕਿਸ ਦੇਵੋਂ ਚੀਤ। ਇਸ ਲਈ ਮੈਂ ਕਿਹਦੀ ਸੇਵਾ ਕਰਾਂ, ਕਿਹਨੂੰ ਆਪਣਾ ਚਿੱਤ ਅਰਪਣ ਕਰਨਾ।
ਕਿਹਨੂੰ ਮਨ ਅਰਪਣ ਕਰਾਂ, ਕਿਸ ਦੀ ਸੇਵਾ ਕਰਾਂ, ਕਿ ਉਹ ਤੇਰੇ ਤੋਂ ਬਿਨਾਂ ਮੈਨੂੰ ਕੋਈ ਮਿੱਤਰ ਹੀ ਨਹੀਂ ਦਿਸਦਾ। ਕਿਸ ਪੁੱਛੋਂ ਕਿਸ ਲਾਗੋਂ ਪਾਏ, ਮੈਂ ਕਿਹਨੂੰ ਪੁੱਛਾਂ, ਕਿਸ ਤੋਂ ਸਲਾਹ ਲਵਾਂ, ਮੈਂ ਕਿਹਦੇ ਚਰਨੀ ਲੱਗਾ। ਕਿਸ ਉਪਦੇਸ਼ ਰਹਾਂ ਲਿਵ ਲਾਏ, ਕਿਹਦੇ ਉਪਦੇਸ਼ ਨਾਲ ਮੈਂ ਲਿਵ ਲਾ ਕੇ ਰੱਖਾਂ। ਅੱਗੇ ਉੱਤਰ ਦਿੰਦੇ ਨੇ, ਹੁਣ ਇਹਨਾਂ ਪ੍ਰਸ਼ਨ ਦੇ ਅੱਗੇ ਉੱਤਰ ਦਿੱਤੇ ਨੇ। ਗੁਰ ਸੇਵੀ ਗੁਰ ਲਾਗੋਂ ਪਾਏ, ਮੈਂ ਗੁਰੂ ਦੀ ਸੇਵਾ ਕਰਦਾ ਹਾਂ ਅਤੇ ਗੁਰੂ ਦੇ ਚਰਨੀ ਲੱਗਦਾ ਹਾਂ। ਭਗਤ ਕਰੀ ਰਾਚੋਂ ਹਰ ਨਾਏ, ਮੈਂ ਭਗਤੀ ਕਰਦਾ ਹਾਂ ਅਤੇ ਪਰਮਾਤਮਾ ਦੇ ਨਾਮ ਨਾਲ ਮੈਂ ਰਚ ਵਿੱਚ ਗਿਆ, ਰਾਚੋਂ ਰਚ ਵਿੱਚ ਗਿਆ ਨਾਮ ਨਾਲ। ਹੁਣ ਮੈਨੂੰ ਨਾਮ ਜਪਣਾ ਓਪਰਾ ਨਹੀਂ ਲੱਗਦਾ। ਜੇ ਆਪਾਂ ਕਿਸੇ ਦੇ ਘਰ ਜਾਈਏ, ਪਹਿਲਾਂ ਓਪਰਾਪਨ ਹੁੰਦਾ, ਕੋਈ ਦਿਨ ਉੱਥੇ ਰਹਿ ਰੂ ਕੇ ਆਪਾਂ ਵਿੱਚ ਹੀ ਰਚ ਵਿੱਚ ਜਾਂਦੇ ਹਾਂ, ਫਿਰ ਸਾਨੂੰ ਓਪਰਾਪਨ ਮਹਿਸੂਸ ਨਹੀਂ ਹੁੰਦਾ। ਤੁਸੀਂ ਧੀ ਵਿਆਹੀਏ, ਕੋਈ ਦਿਨ ਓਪਰਾਪਨ ਮਹਿਸੂਸ ਹੋਵੇਗਾ, ਹੌਲੀ 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 ਫਿਰ ਬੰਦਾ ਰਚ ਵਿੱਚ ਜਾਂਦਾ। ਇਹੀ ਕਾਰਨ ਹੈ ਕਿ ਜਦੋਂ ਜਾਂਦੇ ਤਾਂ ਬੜੇ ਮੋਬਾਈਲ ਕਰਦੀ ਹੈ, ਦਿਨ 'ਚ 3-3 4-4 ਵਾਰੀ ਕਰਦੀ ਹੈ, ਹੌਲੀ ਹੌਲੀ ਉੱਥੇ ਜੀਅ ਲੱਗ ਜਾਂਦਾ ਹੈ। ਫਿਰ ਦਿਨ 'ਚ ਇੱਕ ਵਾਰੀ ਕਰੇਗੀ, ਹੌਲੀ ਹੌਲੀ ਹੋਰ ਜੀਅ ਲੱਗ ਗਿਆ, ਫਿਰ 4-5 ਦਿਨਾਂ ਬਾਅਦ ਕਰੇਗੀ। ਪਹਿਲਾਂ ਛੇਤੀ ਛੇਤੀ ਪੇਕੇ ਮਿਲਣ ਆਵੇਗੀ, ਫਿਰ ਹੌਲੀ ਹੌਲੀ ਮਹੀਨੇ ਬਾਅਦ, ਹੌਲੀ ਹੌਲੀ ਸਾਲ ਬਾਅਦ, ਹੌਲੀ ਹੌਲੀ ਕੰਮ ਕੋਈ ਫੰਕਸ਼ਨ ਹੈ ਫਿਰ ਆਵੇਗੀ। ਕਿਉਂ? ਆਪਣੇ ਰੁਝੇਵੇਂ ਹਰ ਬੰਦੇ ਦੇ ਵੱਜ ਜਾਂਦੇ ਨੇ। ਇਸ ਤਰ੍ਹਾਂ ਜਿਉਂ ਹੌਲੀ ਹੌਲੀ ਫਿਰ ਪਰਮਾਤਮਾ ਦੇ ਨਾਲ ਮਨ ਲੱਗ ਜਾਂਦਾ ਮੈਨੂੰ। ਗੁਰ ਸੇਵੀ ਗੁਰ ਲਾਗੋਂ ਪਾਏ, ਮੈਂ ਗੁਰੂ ਦੀ ਸੇਵਾ ਕਰਦਾ ਹਾਂ, ਗੁਰੂ ਦੇ ਚਰਨੀ ਲੱਗਦਾ ਹਾਂ। ਭਗਤ ਕਰੀ, ਮੈਂ ਭਗਤੀ ਕਰਦਾ ਹਾਂ, ਰਚੋਂ ਹਰ ਨਾਏ, ਹਰੀ ਦੇ ਨਾਮ ਨਾਲ ਮੈਂ ਰਚ ਮਿਚ ਗਿਆ ਹਾਂ। ਸਿੱਖਿਆ ਦੀਖਿਆ ਭੋਜਨ ਭਾਓ, ਹੁਣ ਗੁਰੂ ਦੀ ਸਿੱਖਿਆ, ਦੀਖਿਆ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਭਾਵ ਪਿਆਰ, ਇਹੀ ਮੇਰਾ ਭੋਜਨ ਹੈ। ਕਹਿੰਦੇ ਮੇਰਾ ਭੋਜਨ ਕੀ ਹੈ? ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਪਿਆਰ, ਇਹ ਮੇਰਾ ਭੋਜਨ ਹੈ। ਪਰ ਜਿਵੇਂ ਆਪਾਂ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦੇ, ਇਸ ਤਰ੍ਹਾਂ ਮੈਂ ਗੁਰੂ ਦੀ ਸਿੱਖਿਆ ਤੋਂ, ਗੁਰੂ ਦੇ ਉਪਦੇਸ਼ ਤੋਂ, ਗੁਰੂ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਕਮ ਸੰਯੋਗੀ ਨਿਜ ਕਰ ਜਾਉ, ਪਰਮਾਤਮਾ ਦੇ ਹੁਕਮ ਨਾਲ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਮੈਂ ਆਪਣੇ ਘਰ 'ਚ ਜਾਵਾਂ। ਅਸਲੀ ਘਰ ਹੈ ਸਾਡਾ ਪਰਮਾਤਮਾ ਦਾ ਘਰ, ਉਹਨੂੰ ਨਿਜ ਘਰ ਕਹਿੰਦੇ। ਆ ਜਿਹੜਾ ਹੈ ਇਹਨੂੰ ਤੇ ਪੇਕਾ ਘਰ ਕਹਿੰਦੇ ਨੇ। ਲੜਕੀ ਲਈ ਪੇਕਾ ਘਰ ਕੁਝ ਸਾਲਾਂ ਲਈ ਹੈ, ਲੜਕੀ ਲਈ ਅਸਲੀ ਘਰ ਉਹਦਾ ਸਹੁਰਾ ਘਰ ਹੁੰਦਾ ਹੈ। ਪਰ ਉਹਨੂੰ ਇਹ ਸਮਝਾਇਆ ਹੀ ਨਹੀਂ ਜਾਂਦਾ, ਅੱਗੇ ਉਹਦੀ ਅਟੈਚਮੈਂਟ ਨਹੀਂ ਹੁੰਦੀ, ਬਗਲੇ ਨੂੰ ਛੱਡਦੀ ਨਹੀਂ ਹੈਗੀ। ਜੇ ਉਹਨੂੰ ਸਮਝਾਏ ਵੀ ਨਹੀਂ, ਇਹ ਹੁਣ ਪੇਕਾ ਘਰ ਤੇਰਾ ਅਸਲੀ ਘਰ ਨਹੀਂ ਹੈ, ਤੇਰਾ ਅਸਲੀ ਘਰ ਸਹੁਰਾ ਘਰ, ਤੂੰ ਉੱਥੇ ਹੀ ਰਹਿਣਾ, ਔਖੀ ਰਹਿ ਸੌਖੀ ਰਹਿ, ਉੱਥੇ ਬਣ ਲਾ। ਪਰ ਮਾਵਾਂ ਇਹ ਸਿੱਖਿਆ ਨਹੀਂ ਦਿੰਦੀਆਂ, ਸੋ ਛੋਟੀ ਜਿਹੀ ਗੱਲ ਹੁੰਦੀ ਹੈ ਮਾਵਾਂ ਚੱਕ ਦਿੰਦੀਆਂ, ਇਹ ਕੌਣ ਨੇ ਤੈਨੂੰ ਐਂ ਕਹਿ ਨਾਲ, ਤੂੰ ਟੈਚੀ ਚੱਕ ਕੇ ਆ ਜਾ, ਅਸੀਂ ਦੇਖਾਂਗੇ। ਫਿਰ ਉਹਨੂੰ ਵਸਾਉਣਾ ਨਹੀਂ, ਉਹਨੂੰ ਉਜਾੜਨਾ ਹੈ। ਅੱਜ ਬਹੁਤ ਸਾਰੀ ਲੜਕੀਆਂ ਉੱਜੜ ਤੇ ਉਜਾੜ ਰਹੀਆਂ ਨੇ, ਕਾਰਨ ਮਾਵਾਂ ਨੇ। ਜੇ ਮਾਵਾਂ ਕਹਿਣ ਖਬਰਦਾਰ ਆਈ ਤੇ ਅਸੀਂ ਤੈਨੂੰ ਵਿਆਹ ਤਾਂ ਹੁਣ ਉੱਥੇ ਹੀ ਰਹਿ, ਔਖੀ ਰਹਿ ਸੌਖੀ ਰਹਿ, ਸਾਡੇ ਘਰ ਨਾ ਆਈ, ਆਪੇ ਵਸ ਜਾਏਗੀ। ਤੁਸੀਂ ਕਹਿੰਦੇ ਇੱਥੇ ਆ ਜਾ, ਫਿਰ ਉਹਨੇ ਕੀ ਵਸਣਾ ਵਸਾਉਣਾ ਹੈ। ਤੀਸਰੇ ਪਾਤਸ਼ਾਹ ਦੀ ਲੜਕੀ ਸਹੁਰੇ ਇਕੱਲੀ ਆ ਰਹੀ ਹੈ। ਤੀਸਰੇ ਪਾਤਸ਼ਾਹ ਨੇ ਵੇਖਿਆ ਹੈ ਇਹ ਇਕੱਲੀ ਆ ਰਹੀ ਹੈ, ਉਹਨੇ ਦੋਰੇ ਆਸਰਾ ਕਰਤਾ ਵੀ ਚੱਲ ਵਾਪਸ ਜਾ, ਵੀ ਜਦੋਂ ਤੂੰ ਇਕੱਲੀ ਆ ਰਹੀ ਤਾਂ ਕੋਈ ਗੜਬੜ ਹੈ। ਅਗਲੀ ਵਾਰੀ ਘਰ ਵਾਲੇ ਨਾਲ ਆਈ, ਕਹਿੰਦੇ ਆਓ ਜੀ, ਜੀ ਆਇਆ ਨੂੰ, ਹੁਣ ਠੀਕ ਹੈ। ਵੀ ਇਕੱਲੀ ਦਾ ਕੀ ਮਤਲਬ, ਜਿਹੜੇ ਤੂੰ ਇਕੱਲੀ ਆਈ ਹੈ ਜ਼ਰੂਰ ਗੜਬੜ ਹੈ। ਹਾਂ, ਕਈ ਸਾਲ ਲੰਘਣ ਤੋਂ ਬਾਅਦ ਤਾਂ ਕਈ ਵਾਰੀ ਇਕੱਲਿਆਂ ਨੂੰ ਵੀ ਜਾਣਾ ਪੈਂਦਾ। ਪਤੀ ਨੂੰ ਰੁਝੇਵਾਂ ਹੈਗਾ, ਉਹ ਕਹਿੰਦਾ ਭਾਈ ਤੂੰ ਹੀ ਜਾ ਕੇ ਮਿਲਿਆ,
ਵੀ ਅਸੀਂ ਦੋਨੋਂ ਨਹੀਂ ਜਾ ਸਕਦੇ। ਪਰ ਸ਼ੁਰੂ 'ਚ ਐਸਾ ਨਹੀਂ ਹੁੰਦਾ। ਸ਼ੁਰੂ 'ਚ ਆਪਸੀ ਪਿਆਰ ਹੁੰਦਾ, ਰੁਝੇਵੇਂ ਘੱਟ ਹੁੰਦੇ ਨੇ, ਦੋਨੋਂ ਜੀ ਜਾਂਦੇ ਨੇ। ਲੜਕੀ ਦੇ ਪੇਕੀ ਜਾਣਾ ਤਾਂ ਵੀ ਦੋਨੋਂ ਜਾਂਦੇ ਨੇ, ਲੜਕੇ ਦੇ ਪੇਕੀ ਜਾਣਾ ਤਾਂ ਵੀ ਦੋਨੋਂ ਜਾਂਦੇ ਨੇ। ਹੌਲੀ ਹੌਲੀ ਫਿਰ ਜਿਹੜਾ ਬਾਲ ਬੱਚੇ ਹੋ ਗਏ, ਰੁਝੇਵੇਂ ਵੱਧ ਜਾਂਦੇ ਨੇ, ਫਿਰ ਕਈ ਵਾਰੀ ਇਕੱਲਿਆਂ ਨੂੰ ਵੀ ਜਾਣਾ ਪੈਂਦਾ। ਉਹ ਪਤਾ ਹੁੰਦਾ ਮਾਂ ਪਿਓ ਇਕੱਲੀ ਆਈ, ਇਹਦਾ ਕੀ ਕਾਰਨ ਹੈ। ਇਸ ਲਈ ਮਾਂ ਪਿਓ ਦਾ ਫਰਜ਼ ਬਣਦਾ ਉਹਨੂੰ ਸਮਝਾਉਣਾ ਕਿ ਭਾਈ ਕੋਈ ਨਹੀਂ, ਅਸੀਂ ਗੱਲਬਾਤ ਕਰਦੇ, ਤੈਨੂੰ ਕੋਈ ਤਕਲੀਫ ਹੈ, ਕੋਈ ਉਸ ਪਰਿਵਾਰ ਨਾਲ ਅਸੀਂ ਗੱਲਬਾਤ ਕਰਦੇ ਹਾਂ, ਗੱਲਬਾਤ ਕਰਕੇ ਕੋਈ ਨਾ ਕੋਈ ਹੱਲ ਲੱਭ ਜਾਂਦਾ ਹੁੰਦਾ ਹੈ। ਮੰਨ ਲਓ ਲੜਕਾ ਕਹਿੰਦਾ ਮੈਂ ਨਹੀਂ ਤੁਹਾਡੀ ਲੜਕੀ ਵਸਾਉਣੀ, ਕਾਰਨ ਤਾਂ ਕੋਈ ਹੋਏਗਾ ਨਾ। ਉਹਨੂੰ ਬੈਠ ਕੇ ਪੁੱਛਿਆ ਜਾਦਾ ਭਾਈ ਕਿਉਂ ਨਹੀਂ ਤੂੰ ਵਸਾਉਣੀ, ਜੇ ਕੋਈ ਸਾਡੀ ਲੜਕੀ ਨੁਕਸ ਹੈ ਦੱਸ, ਅਸੀਂ ਉਹ ਦੂਰ ਕਰ ਦਿੰਦੇ ਹਾਂ। ਅਤੇ ਫਿਰ ਜੇ ਵਾਕਈ ਪਤਾ ਲੱਗ ਜਾਵੇ ਸਾਡੀ ਲੜਕੀ, ਉਹਨੂੰ ਸਮਝਾ ਦਿਓ ਕੁੜੀ ਨੂੰ ਕਿ ਭਾਈ ਇਸ ਤਰ੍ਹਾਂ ਨਹੀਂ ਕਰਨਾ। ਜਿਵੇਂ ਅਗਲਾ ਪਰਿਵਾਰ ਕਹਿੰਦਾ ਉਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੋ, ਹੌਲੀ ਹੌਲੀ ਵਸ ਜਾਣਗੇ। ਤਾਂ ਕਹਿੰਦੇ ਉਹ ਹੁਕਮ ਸੰਜੋਗੀ ਨਿਜ ਘਰ ਜਾਉ, ਪਰਮਾਤਮਾ ਦੇ ਹੁਕਮ ਅਨੁਸਾਰ ਅਤੇ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਮੈਂ ਆਪਣੇ ਘਰ ਜਾਵਾਂਗੀ, ਭਾਵ ਸੱਚਖੰਡ ਜਾਵਾਂਗੀ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਨੇ? ਕੱਲ੍ਹ ਕੇ ਪਰਸੋਂ? ਸਤਿਕਾਰਯੋਗ ਸਾਧ ਸੰਗਤ ਜੀ, ਕੱਲ੍ਹ ਨੂੰ ਹੈਗਾ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਦਿਵਸ, 22 ਤਰੀਕ ਦਾ। ਕੱਲ੍ਹ ਕਿ ਪਰਸੋਂ? ਅੱਜ ਹਾਂ, ਪਰਸੋਂ ਨੂੰ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ, ਪਰ ਆਪਾਂ ਐਤਵਾਰ ਨੂੰ ਮਨਾਉਂਦੇ। ਇਸ ਲਈ ਸ਼ੁੱਕਰਵਾਰ ਨੂੰ ਅਖੰਡ ਪਾਠ ਸ਼ੁਰੂ ਹੋਣਗੇ, ਐਤਵਾਰ ਨੂੰ ਉਹਨਾਂ ਦੇ ਭੋਗ ਪੈਣਗੇ। ਸੋ ਸਾਰੇ ਪਾਠੀ ਯਾਦ ਰੱਖਣ, 22 ਤਰੀਕ ਸ਼ੁੱਕਰਵਾਰ ਨੂੰ ਅਖੰਡ ਪਾਠ ਸ਼ੁਰੂ ਹੋ ਜਾਣੇ, 24 ਤਰੀਕ ਐਤਵਾਰ ਨੂੰ ਉਹਨਾਂ ਦੇ ਭੋਗ ਪੈਣੇ ਨੇ। ਪਾਠੀ ਗੁਰੂ ਪਿਆਰੇ ਯਾਦ ਰੱਖ, ਆਪਣੇ ਰੌਲਾ ਯਾਦ ਰੱਖ। ਸੋ ਸਤਿਕਾਰਯੋਗ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।